ਅਗਰ ਸਾਡੇ ਗੁਰੂ ਨੇ ਸਾਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਨੂੰ ਕਿਹਾ ਹੁੰਦਾ, ਹੁਕਮ ਦਿੱਤਾ ਹੁੰਦਾ, ਤਾਂ ਉਹਨਾਂ ਨੇ ਉਸ ਭਾਸ਼ਾ ਵਿੱਚ ਉਹਨੂੰ ਟਰਾਂਸਲੇਟ ਕਰਵਾ ਦੇਣਾ ਸੀ। ਅਰਬੀ, ਫਾਰਸੀ ਇਹਨਾਂ ਵਿੱਚ ਤਾਂ ਟਰਾਂਸਲੇਟ ਹੋ ਹੀ ਜਾਣਾ, ਸੰਸਕ੍ਰਿਤ ਵਿੱਚ ਟਰਾਂਸਲੇਟ ਹੋ ਜਾਣਾ ਸੀ, ਪਰ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੇ ਸਿਰਫ ਗੁਰਮੁਖੀ ਦੇ ਵਿੱਚ ਹੀ ਗੱਲ ਕੀਤੀ ਹੈ ਔਰ ਗੁਰਮੁਖੀ ਹੀ ਸਾਡੇ ਪੱਲੇ ਪਾਈ ਹੈ। ਉਹਨਾਂ ਨੇ ਸਾਡੀ ਝੋਲੀ ਗੁਰਮੁਖੀ ਪਾਈ ਹੈ। ਹੁਣ ਸਾਡੇ ਗੁਰੂ ਦਾ ਉਪਦੇਸ਼, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਕੀ ਹੈ ਸਾਨੂੰ, ਕਿ ਗੁਰਮੁਖੀ ਦੇ ਵਿੱਚ ਹੀ ਤੁਸੀਂ ਪੜ੍ਹੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਸੀਂ ਕੀ ਕਰ ਰਹੇ ਹਾਂ? ਅਸੀਂ ਆਪਣੇ ਘਰਾਂ ਦੇ ਵਿੱਚੋਂ ਗੁਰਮੁਖੀ ਮਾਈਨਸ ਕਰ ਦਿੰਦੇ। ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਦੇ ਲੜ ਲਾਉਂਦੇ ਹੀ ਨਹੀਂ, ਗੁਰਮੁਖੀ ਪੜ੍ਹਾਉਂਦੇ ਹੀ ਨਹੀਂ। ਔਰ ਅੱਗੋਂ ਸਾਡਾ ਇਹ ਜਿਹੜਾ ਅਗਲੀ ਗੱਲ ਇਹ ਆਉਂਦੀ ਆ ਕਿ ਬੱਚੇ ਤਾਂ ਜੀ ਇੰਗਲਿਸ਼ ਬੋਲਦੇ ਆ, ਬੱਚੇ ਤਾਂ ਪੰਜਾਬੀ ਸਮਝਦੇ ਨਹੀਂ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਤੁਸੀਂ ਖੁਦ ਹੀ ਆਪਣੇ ਬੱਚਿਆਂ ਨੂੰ ਇੰਨਾ ਅੰਡਰ ਐਸਟੀਮੇਟ ਕਿੱਦਾਂ ਕਰ ਸਕਦੇ ਆ? ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਦੇ ਵਿੱਚ ਇੰਨੀ ਸ਼ਮਤਾ ਨਹੀਂ ਕਿ ਉਹ ਗੁਰਮੁਖੀ ਸਿੱਖ ਜਾਣਗੇ? ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਹਰ ਇੱਕ ਸਿੱਖ ਦੇ ਘਰ ਦੇ ਵਿੱਚ ਘੱਟੋ ਘੱਟ 4 ਭਾਸ਼ਾਵਾਂ ਆਉਂਦੀਆਂ ਹੁੰਦੀਆਂ ਸੀ। ਅੱਜ ਦੇ ਜਦੋਂ ਆਪਾਂ ਕਹਿੰਦੇ ਆ ਕਿ ਅਸੀਂ ਆਧੁਨਿਕ ਯੁੱਗ ਦੇ ਵਿੱਚ ਆ, ਅਸੀਂ ਕਹਿੰਦੇ ਆ ਕਿ ਅਸੀਂ ਡਿਵੈਲਪਡ ਕੰਟਰੀਜ਼ ਦੇ ਮੈਂਬਰਸ ਆ, ਸਾਡੀ ਇਹ ਜਿਹੜਾ ਦੇਸ਼ ਆ ਡਿਵੈਲਪਡ ਹੈ, ਇੱਥੋਂ ਦੀ ਐਜੂਕੇਸ਼ਨ ਸਿਸਟਮ ਬਹੁਤ ਵਧੀਆ, ਸਾਡੇ ਬੱਚੇ ਬੜੇ ਇੰਟੈਲੀਜੈਂਟ ਆ, ਬੜੇ ਹੋਣਹਾਰ ਬੱਚੇ ਆ, ਤਾਂ ਨਾਲ ਹੀ ਅਸੀਂ ਕਹਿੰਦੇ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਜੀ, ਪੰਜਾਬੀ ਉਹ ਨਹੀਂ ਸਿੱਖਣਾ ਚਾਹੁੰਦੇ। ਉਹ ਸਿੱਖਣਾ ਨਹੀਂ ਚਾਹੁੰਦੇ ਜਾਂ ਤੁਸੀਂ ਸਿਖਾਉਣਾ ਨਹੀਂ ਚਾਹੁੰਦੇ? ਆਪਾਂ ਇੰਨਾ ਕੁ ਸਵਾਲ ਕਰ ਲਈਏ, ਕਿਉਂਕਿ ਬੱਚਾ ਜਦੋਂ ਪੈਦਾ ਹੋਇਆ ਉਹਨੂੰ ਨਹੀਂ ਪਤਾ ਕਿ ਮੈਂ ਕੀ ਸਿੱਖਣਾ ਕੀ ਨਹੀਂ ਸਿੱਖਣਾ, ਮੇਰੇ ਲਈ ਕੀ ਇੰਪੋਰਟੈਂਟ ਕੀ ਨੋਨ ਇੰਪੋਰਟੈਂਟ। ਤੁਸੀਂ ਦੱਸਦੇ ਆ ਉਹਨਾਂ ਨੂੰ ਕਿ ਤੁਹਾਡੇ ਲਈ ਗੁਰਮੁਖੀ ਇੰਪੋਰਟੈਂਟ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਅਸੀਂ ਜਿਹੜੇ ਪਿਛਲੇ ਕੁਝ ਐਪੀਸੋਡਸ ਦੇ ਵਿੱਚ ਗੱਲ ਕਰ ਰਹੇ ਹਾਂ, ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਗੱਲ ਹੈ ਉਹ ਅਸੀਂ ਉਹਨਾਂ ਦੇ ਜੀਵਨ ਕਾਲ ਦੇ ਵਿੱਚੋਂ ਜੋ ਸਾਨੂੰ ਸਿਧਾਂਤ ਦ੍ਰਿੜ ਕਰਾਉਂਦੇ ਨੇ, ਜੋ ਸਾਡੀ ਸਿਧਾਂਤਾਂ ਦੇ ਉੱਤੇ ਸਾਨੂੰ ਜਿਹੜੀ ਉਹ ਅਭਿਆਸ ਕਰਾਉਂਦੇ ਨੇ, ਅਸੀਂ ਉਹਦੀ ਗੱਲ ਕਰ ਰਹੇ ਸੀ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਉਹਨਾਂ ਦੇ ਜੀਵਨ ਕਾਲ ਦੇ ਵਿੱਚੋਂ ਇੱਕ ਅਹਿਮ ਸਿਧਾਂਤ ਜੋ ਸਾਡੇ ਸਾਹਮਣੇ ਨਿਕਲ ਕੇ ਆਉਂਦਾ ਹੈ ਉਹ ਕੀ ਹੈ, ਔਰ ਉਹਦੇ ਵਿੱਚ ਆਪਾਂ ਅੱਗੇ ਚੱਲ ਕੇ ਹੋਰ ਵੀ ਗੱਲਾਂ ਕਰਾਂਗੇ ਜਿਹਦੇ ਵਿੱਚ ਉਹਨਾਂ ਨੇ ਜੋ ਉਹਨਾਂ ਨੇ ਆਪਣੀ ਗੁਰਗੱਦੀ 'ਤੇ ਆਉਣ ਤੋਂ ਬਾਅਦ ਜੋ ਉਹਨਾਂ ਦੇ ਉਪਰਾਲੇ ਸੀ, ਜੋ ਉਹਨਾਂ ਨੇ ਕੀਤਾ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਜਿਹੜਾ ਇੱਕ ਅਹਿਮ ਸਿਧਾਂਤ ਨਿਕਲ ਕੇ ਆਉਂਦਾ ਹੈ, ਉਹ ਬਾਕੀ ਦੇ ਵੀ ਜਿਹੜੇ ਉਹ ਅਹਿਮ ਸਿਧਾਂਤ ਹੀ ਨੇ, ਪਰ ਜਿਹੜਾ ਪਹਿਲਾ ਮੁੱਖ ਸਿਧਾਂਤ ਨਿਕਲ ਕੇ ਆਉਂਦਾ ਹੈ ਨੋ ਕੈਟਾਗਰੀ ਐਟ ਆਲ ਦੇ ਅਭਿਆਸ ਤੋਂ ਬਾਅਦ ਜਿਹੜਾ ਨਿਕਲ ਕੇ ਆਉਂਦਾ ਉਹ ਆਉਂਦਾ ਸੇਵਾ ਦਾ। ਗੁਰੂ ਅਮਰਦਾਸ ਪਾਤਸ਼ਾਹ ਨੂੰ ਸਿੱਖ ਜਿਹੜੇ ਨੇ ਉਹ ਸੇਵਾ ਦਾ ਪੁੰਜ ਕਰਕੇ ਜਾਣਦੇ ਨੇ। ਸਾਡੇ ਸਿੱਖ ਇਤਿਹਾਸ ਦੇ ਵਿੱਚ, ਸਾਖੀ ਇਤਿਹਾਸ ਦੇ ਵਿੱਚ ਇਹ ਗੱਲ ਆਮ ਸਾਨੂੰ ਮਿਲ ਜਾਂਦੀ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਨਾਲੋਂ ਜ਼ਿਆਦਾ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕਿਸੇ ਨੇ ਨਹੀਂ ਕੀਤੀ। ਸੋ ਜਿਹੜੀ ਨਿਸ਼ਕਾਮ ਭਾਵਨਾ ਹੈ ਇਹ ਇੰਪੋਰਟੈਂਟ ਆ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਇਹੀ ਗੱਲ ਕਰ ਰਹੇ ਸੀਗੇ ਕਿ ਸਿਰਫ ਸੇਵਾ ਤੱਕ ਦੀ ਗੱਲ ਖਤਮ ਨਹੀਂ ਹੋ ਜਾਂਦੀ, ਕਿਉਂਕਿ ਜਿਹੜੀ ਸੇਵਾ ਦੀ ਗੱਲ ਹੈ, ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਨੇ ਉਹ ਸੇਵਾ ਦੇ ਪੁੰਜ ਨੇ, ਤਾਂ ਸੇਵਾ ਦੀ ਗੱਲ ਜਿਹੜੀ ਆ ਉਹ ਤਾਂ ਸਿੱਖ ਹਿਰਦਿਆਂ ਦੇ ਵਿੱਚ, ਸਿੱਖ ਇੰਟਲੈਕਟ ਦੇ ਵਿੱਚ, ਸਿੱਖ ਮਾਈਂਡ ਦੇ ਵਿੱਚ ਬੜੇ ਪ੍ਰੋਮੀਨੈਂਟ ਲੈਵਲ ਦੇ ਨਾਲ ਐਗਜ਼ਿਸਟ ਕਰਦੀ ਆ। ਔਰ ਇਹੀ ਕਾਰਨ ਆ ਕਿ ਜਿੰਨੇ ਵੀ ਆਪਾਂ ਸਿੱਖਾਂ ਦੇ ਵਿੱਚ ਦੇਖ ਲਈਏ, ਚਾਹੇ ਉਹ ਆਪਣੇ ਆਪ ਨੂੰ ਚਾਹੇ ਉਹਨਾਂ ਨੇ ਸਿੱਖੀ ਨੂੰ ਪੇਠੀ ਦਿੱਤੀ ਹੋਈ ਆ, ਚਾਹੇ ਉਹਨਾਂ ਨੇ ਇਹੀ ਕਿਹਾ ਹੋਇਆ ਕਿ ਹਜੇ ਅਸੀਂ ਪੂਰੀ ਤਰ੍ਹਾਂ ਨਾਲ ਸਿੱਖ ਨਹੀਂ। ਸਿੱਖੀ ਤੋਂ ਪਿੱਠ ਦੇਣ ਦਾ ਮਤਲਬ ਇਹ ਕਿ ਹਜੇ ਉਹ ਨਾ ਤਾਂ ਉਹ ਅੰਮ੍ਰਿਤਧਾਰੀ ਨੇ, ਨਾ ਉਹਨਾਂ ਨੇ ਕੇਸ ਰੱਖੇ ਨੇ ਜਿਹਨਾਂ ਨੂੰ ਆਪਾਂ ਪਤਿਤ ਵੀ ਕਹਿ ਦਿੰਦੇ ਆ, ਉਹ ਵਾਲੇ ਮੁੰਡੇ ਵੀ ਨੇ। ਪਰ ਜਦੋਂ ਤੁਸੀਂ ਉਹਨਾਂ ਦੇ ਵਿੱਚ ਸੇਵਾ ਦਾ ਭਾਵਨਾ, ਸੇਵਾ ਦਾ ਜਜ਼ਬਾ ਦੇਖਦੇ ਆ, ਫਿਰ ਇਹ ਸਮਝ ਆਉਂਦੀ ਆ ਕਿ ਸਾਡੇ ਗੁਰੂਆਂ ਨੇ ਸਾਡਾ ਜਿਹੜਾ ਅਭਿਆਸ ਆ ਉਹ ਕਿੰਨੇ ਵਧੀਆ ਢੰਗ ਨਾਲ, ਜਾਂ ਇਹ ਕਹਿ ਲਈਏ ਕਿ ਕਿੰਨੇ ਪ੍ਰੈਕਟੀਕਲ ਸਰੂਪ ਦੇ ਵਿੱਚ ਕੀਤਾ ਹੋਊਗਾ, ਸਾਨੂੰ ਕਰਵਾਇਆ ਹੋਊਗਾ ਕਿ ਅਸੀਂ ਅੱਜ ਚਾਹੇ ਜਿੰਨੇ ਮਰਜ਼ੀ ਸਿੱਖੀ ਤੋਂ ਦੂਰ ਹੋ ਜਾਈਏ, ਪਰ ਕਿਤੇ ਨਾ ਕਿਤੇ ਉਹ ਜਿਹੜੇ ਸਿਧਾਂਤ ਨੇ ਉਹ ਸਾਡੇ ਅੰਦਰ ਪਏ ਹੋਏ ਨੇ, ਸਾਡੇ ਬੱਚਿਆਂ ਦੇ ਅੰਦਰ ਪਏ ਹੋਏ ਨੇ। ਕਿਤੇ ਵੀ ਅਗਰ ਆਪਾਂ ਨਜ਼ਰ ਘੁਮਾ ਕੇ ਦੇਖਦੇ ਹਾਂ ਤਾਂ ਸੇਵਾ ਦਾ ਜਿਹੜਾ ਜਜ਼ਬਾ ਹੈ ਉਹ ਸਿੱਖਾਂ ਦੇ ਵਿੱਚੋਂ ਗਿਆ ਨਹੀਂ। ਪਰ ਹੁਣ ਅਗਲੀ ਗੱਲ ਇਹ ਆਉਂਦੀ ਆ ਕਿ ਅਸੀਂ ਮੁਨਕਰ ਕਿੱਥੇ ਹੋ ਗਏ, ਸਾਡੀ ਗਲਤੀ ਕਿੱਥੇ ਹੋ ਗਈ ਕਿ ਅਸੀਂ ਸੇਵਾ ਨੂੰ ਸਿਰਫ ਇੰਨਾ ਕੀ ਸਮਝ ਲਿਆ ਕਿ ਜਦੋਂ ਲੰਗਰ ਲੱਗ ਗਏ ਤਾਂ ਆਪਾਂ ਲੰਗਰ ਦੇ ਵਿੱਚ ਸੇਵਾ ਕਰ ਲਈ, ਅਸੀਂ ਬਰਤਨਾਂ ਦੀ ਸੇਵਾ ਕਰ ਲਈ, ਅਸੀਂ ਝਾੜੂ ਲਾ ਲਿਆ, ਜਾਂ ਅਸੀਂ ਕਿਸੇ ਬੇਸਹਾਰਿਆਂ ਦੀ ਮਦਦ ਕਰ ਲਈ, ਅਸੀਂ ਇਹਨਾਂ ਨੂੰ ਹੀ ਸੇਵਾ ਦਾ ਜਿਹੜਾ ਦਰਜਾ ਦੇਈ ਜਾ ਰਹੇ ਹਾਂ। ਪਰ ਜਦੋਂ ਆਪਾਂ ਗੁਰੂ ਘਰ ਨੂੰ ਪੁੱਛਦੇ ਹਾਂ ਤਾਂ ਗੁਰੂ ਘਰ ਨਾਲ ਇੱਕ ਗੱਲ ਹੋਰ ਜੋੜਦਾ। ਗੁਰੂ ਸਾਡੇ ਜਿਹੜੇ ਨੇ ਉਹ ਇੱਕ ਸਿਧਾਂਤ ਹੋਰ ਦਿੰਦੇ ਨੇ ਕਿ ਸੇਵਾ ਤਾਂ ਹੈ
ਪਰ ਉਹ ਨਿਸ਼ਕਾਮ ਸੇਵਾ ਹੋਣੀ ਚਾਹੀਦੀ ਹੈ। ਆਪਾਂ ਇਸੇ ਬਾਰੇ ਗੱਲ ਜਿਹੜੀ ਆ ਉਹ ਪਿਛਲੇ ਐਪੀਸੋਡ ਦੇ ਵਿੱਚ ਕਰ ਰਹੇ ਸੀਗੇ। ਅਤੇ ਇਸੇ ਲੜੀ ਦੇ ਵਿੱਚ ਜਦੋਂ ਗੱਲ ਕਰਦੇ ਹੋਏ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੀ ਜੀਵਨ ਵੱਲ ਜਾਣ ਤੋਂ ਪਹਿਲਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ ਸਿੱਖੀ ਦੀ ਜਿਹੜੀ ਨਿਸ਼ਕਾਮ ਅਵਸਥਾ ਹੈ ਭਾਈ ਗੁਰਦਾਸ ਜੀ ਦੇ ਹਵਾਲੇ ਦੇ ਥਰੂ, ਕਿ ਉਹ ਸਾਨੂੰ ਕੀ ਕਹਿੰਦੇ ਨੇ ਕਿ ਸਿੱਖਾਂ ਦੀ ਨਿਸ਼ਕਾਮ ਅਵਸਥਾ ਕੀ ਹੈ। ਸੋ ਜਦ ਤੱਕ ਅਸੀਂ ਆਪਣੇ ਆਪ ਦੀ ਨਿਸ਼ਕਾਮ ਅਵਸਥਾ ਵੱਲ ਨਹੀਂ ਜਾਂਦੇ, ਤਦ ਤੱਕ ਸਾਡੇ ਜਿਹੜੇ ਸਵਾਲ ਨੇ ਨਾ ਸਾਡੇ ਗੁਰੂ ਨਾਲ, ਉਹ ਉਂਝ ਹੀ ਰਹਿਣੇ ਨੇ। ਹੁਣ ਉਹਦੇ ਵਿੱਚੋਂ ਇੱਕ ਸਭ ਤੋਂ ਵੱਡਾ ਸਵਾਲ ਕੀ ਹੈ? ਬਹੁਤ ਸਾਰੇ ਲੋਕ ਨੇ ਜਿਹੜੇ ਮੈਨੂੰ ਅਕਸਰ ਮਿਲਦੇ ਨੇ, ਮੇਰੇ ਨਾਲ ਗੱਲ ਵੀ ਹੁੰਦੀ ਹੈ, ਸ਼ਾਇਦ ਆਪ ਸਭ ਨਾਲ ਵੀ ਉਹਨਾਂ ਦੀ ਭੇਟਾ ਹੋਈ ਹੋਊਗੀ, ਜਾਂ ਸ਼ਾਇਦ ਤੁਸੀਂ ਹੀ ਉਹ ਇਨਸਾਨ ਹੋਵੋ ਜਾਂ ਮੈਂ ਹੀ ਉਹ ਹੋਵਾਂ। ਜਦੋਂ ਅਸੀਂ ਸਾਡੇ 'ਚੋਂ ਕੋਈ ਵੀ ਜੋ ਸੇਵਾ ਕਰਦਾ, ਸੇਵਾ ਭਾਵਨਾ ਰੱਖਦਾ, ਮੈਂ ਫਿਰ ਦੁਹਰਾ ਰਹੀ ਹਾਂ ਕਿ ਸਿੱਖਾਂ ਦੇ ਵਿੱਚ ਸੇਵਾ ਦਾ ਜਜ਼ਬਾ ਉਹ ਇਨਹੈਰੈਂਟ ਹੈ, ਉਹ ਅੰਦਰ ਪਿਆ, ਇਨਬਿਲਟ ਹੈ, ਉਹ ਕਿਤੇ ਗਿਆ ਹੀ ਨਹੀਂ, ਕਦੀ ਵੀ ਨਹੀਂ ਗਿਆ। ਸਿੱਖ ਜਿਹੜਾ ਉਹ ਸੇਵਾ ਕਰਨ ਨੂੰ ਹਮੇਸ਼ਾ ਤਤਪਰ ਰਹਿੰਦਾ, ਹਮੇਸ਼ਾ ਤਿਆਰ ਰਹਿੰਦਾ। ਪਰ ਹੁਣ ਅਗਲੀ ਗੱਲ ਕੀ ਹੈ ਕਿ ਅਕਸਰ ਅਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਹਾਂ, ਸਿੱਖਾਂ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਿਹੜਾ ਇੱਕ ਫਲਾਣਾ ਬੰਦਾ ਨਾ, ਉਹਨੇ ਬਹੁਤ ਗੁਰੂ ਘਰ ਦੀ ਸੇਵਾ ਕੀਤੀ, ਪਰ ਪਤਾ ਨਹੀਂ ਕਿਉਂ ਗੁਰੂ ਘਰ ਦੇ ਵਿੱਚੋਂ ਨਾ ਫਿਰ ਉਹਨੂੰ ਦੁੱਖ ਬੜੇ ਮਿਲੇ ਨੇ, ਪਤਾ ਨਹੀਂ ਕਿਉਂ ਉਹਦੀ ਸੇਵਾ ਸਫਲ ਨਹੀਂ ਹੋਈ, ਪਤਾ ਨਹੀਂ ਕੀ ਗੱਲ ਹੋ ਗਈ। ਇਹ ਗੱਲਾਂ ਸਾਡੇ ਘਰਾਂ 'ਚ ਆਮ ਚੱਲਦੀਆਂ ਨੇ, ਕਿਉਂਕਿ ਜਦੋਂ ਵੀ ਸਾਨੂੰ ਕੋਈ ਦੁੱਖ, ਕੋਈ ਤਕਲੀਫ ਆਉਂਦੀ ਹੈ ਨਾ, ਅਸੀਂ ਦੁੱਖ ਦਾਰੂ ਸੁੱਖ ਰੋਗ ਪਿਆ ਜਿਹੜਾ ਇਸ ਸਿਧਾਂਤ ਵੱਲ ਨਹੀਂ ਜਾਂਦੇ। ਅਸੀਂ ਉਹਨੂੰ ਇਸ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਕਿ ਜੇਕਰ ਮੈਂ ਗੁਰੂ ਦੇ ਪੂਰਨਿਆਂ ਦੇ ਉੱਤੇ ਚੱਲਦੇ ਨੇ ਸੇਵਾ ਕੀਤੀ, ਤਾਂ ਮੈਨੂੰ ਉਹਦਾ ਫਲ ਜਿਹੜਾ ਉਹ ਸੁੱਖਾਂ ਨਾਲ ਹੀ ਮਿਲਣਾ ਚਾਹੀਦਾ ਸੀ, ਜੋ ਕਿ ਕਿਸੇ ਹੱਦ ਤੱਕ ਮੈਨੂੰ ਲੱਗਦਾ ਹੁੰਦਾ ਕਿ ਠੀਕ ਵੀ ਆ, ਕਿਉਂਕਿ ਅਗਰ ਅਸੀਂ ਆਪਣੇ ਗੁਰੂ ਕੋਲ ਹੀ ਮੰਗਣਾ ਤਾਂ ਹੋਰ ਕਿਹਦੇ ਕੋਲੋਂ ਮੰਗਣਾ। ਸਿੱਖ ਨੇ ਕਿਸੇ ਹੋਰ ਦੇ ਅੱਗੇ ਹੱਥ ਨਹੀਂ ਅੱਡਣੇ, ਉਹਨੇ ਸਿਰਫ ਆਪਣੇ ਗੁਰੂ ਅੱਗੇ ਹੱਥ ਅੱਡਣਾ। ਅਤੇ ਅਗਰ ਆਪਣੇ ਗੁਰੂ ਕੋਲੋਂ ਹੀ ਨਹੀਂ ਮੰਗ ਸਕਦਾ, ਕਿਉਂਕਿ ਮੈਂ ਕਈ ਵਾਰੀ ਆਪਣੇ ਗੁਰੂ ਪਾਤਸ਼ਾਹ ਨਾਲ ਨਾਰਾਜ਼ ਵੀ ਹੋ ਜਾਂਦੀ ਹੁੰਦੀ ਹਾਂ, ਕਈ ਵਾਰੀ ਮੈਂ ਉਹਨਾਂ ਨਾਲ ਗਿਲਾ ਵੀ ਕਰਦੀ ਹੁੰਦੀ ਹਾਂ ਕਿ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਨੂੰ ਜਵਾਬ ਚਾਹੀਦਾ। ਕਈ ਵਾਰੀ ਬੱਚਿਆਂ ਵਾਂਗੂ ਜਿੱਦ ਵੀ ਕਰ ਲਈਦੀ ਆ, ਕਿਉਂਕਿ ਸਾਡੇ ਗੁਰੂ ਨਾਲ ਸਾਡਾ ਜਿਹੜਾ ਰਿਸ਼ਤਾ ਹੈ, ਇਸੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਜਦੋਂ ਆਪਾਂ ਉਹਨਾਂ ਨੂੰ ਜੀਵਤ ਜਾਗਤ ਜੋਤ ਮੰਨਦੇ ਹਾਂ ਨਾ, ਸਾਡਾ ਉਹਨਾਂ ਦਾ ਰਿਸ਼ਤਾ ਵੀ ਉਹੋ ਜਿਹਾ ਹੀ ਆ। ਪਿਓ ਧੀ ਦਾ, ਪਿਓ ਪੁੱਤਰ ਦਾ ਰਿਸ਼ਤਾ ਜਿੱਦਾਂ ਦਾ ਹੁੰਦਾ, ਸਾਡਾ ਆਪਣੇ ਗੁਰੂ ਨਾਲ ਰਿਸ਼ਤਾ ਉੱਦਾਂ ਦਾ। ਅਸੀਂ ਕਿਸੇ ਇਨਸਾਨ ਜਾਂ ਕਿਸੇ ਬੁੱਤ ਦੀ ਪੂਜਾ ਨਹੀਂ ਕਰਦੇ। ਅਸੀਂ ਇਹ ਨਹੀਂ ਮੰਨਦੇ ਕਿ ਉਹ ਕਿਤੇ ਹੋਰ ਹੈ ਅਤੇ ਅਸੀਂ ਕਿਸੇ ਹੋਰ ਲੈਵਲ ਦੇ ਲੋਕ ਹਾਂ। ਅਸੀਂ ਇਹ ਮੰਨਦੇ ਹਾਂ ਕਿ ਉਹ ਸਾਡੇ ਗੁਰੂ ਨੇ, ਸਾਡੇ ਪਿਤਾ ਨੇ। ਕਿਉਂਕਿ ਜਦੋਂ ਅਸੀਂ ਇਹ ਕਹਿ ਦਿੰਦੇ ਕਿ ਮੇਰਾ ਗੁਰੂ, ਮੇਰਾ ਪਿਤਾ ਕੌਣ, ਅਤੇ ਮੇਰੇ ਪਿਤਾ ਦਾ ਨਾਮ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਤਾਂ ਜੇ ਮੈਨੂੰ ਕੁਛ ਮੰਗਣਾ ਤਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਹੀ ਮੰਗੂੰਗੀ ਨਾ ਫਿਰ। ਸੋ ਇਹ ਗੱਲ ਸਾਡੀ ਜਾਇਜ਼ ਹੈ, ਮੈਂ ਇਹਨੂੰ ਨਾਜਾਇਜ਼ ਨਹੀਂ ਕਹਿੰਦੀ ਕਿਸੇ ਵੀ ਲੈਵਲ ਦੇ ਉੱਤੇ। ਪਰ ਜਿਹੜੀ ਇਹ ਗੱਲ ਹੈ ਨਾ ਵਿੱਚ ਆ ਜਾਂਦੀ ਹੈ ਕਿ ਉਹਨੇ ਸੇਵਾ ਬਹੁਤ ਕੀਤੀ, ਫਿਰ ਪਤਾ ਨਹੀਂ ਕਿਉਂ ਉਹਦੀ ਲਾਈਫ ਦੇ ਵਿੱਚ ਇੱਦਾਂ ਦੀਆਂ ਤਕਲੀਫਾਂ ਆ ਗਈਆਂ, ਕਿਉਂ ਉਹਦੀ ਲਾਈਫ 'ਚ ਇੰਨੇ ਦੁੱਖ ਆ ਗਏ, ਪਤਾ ਨਹੀਂ ਗੁਰੂ ਨੇ ਉਹਦੇ ਕੋਲੋਂ ਕਿਹੜੀ ਭੁੱਲ ਹੋਊਗੀ ਜਿਹੜੀ ਗੁਰੂ ਨੇ ਉਹਨੂੰ ਇਹ ਸਜ਼ਾ ਦਿੱਤੀ। ਸਾਨੂੰ ਇਹ ਦੇਖਣਾ ਪਊਗਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਸੇਵਾ ਕੀਤੀ, ਕਿਆ ਅਸੀਂ ਆਪਣੇ ਆਪ ਨੂੰ ਗੁਰੂ ਦੇ ਕਸਵੱਟੀ ਦੇ ਉੱਤੇ ਪੂਰਨ ਤੌਰ 'ਤੇ ਉਤਾਰ ਕੇ ਸੇਵਾ ਕੀਤੀ ਜਾਂ ਨਹੀਂ ਕੀਤੀ। ਹੁਣ ਇਹ ਜਿਹੜੀ ਗੱਲ ਹੈ, ਮੈਂ ਇਹਦਾ ਜਵਾਬ ਮੈਂ ਨਹੀਂ ਕੋਈ ਦੇਣ ਵਾਲੀ ਨਹੀਂ ਹੁੰਦੀ, ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕੀ ਕਿ ਗੁਰੂ ਦਾ ਅਤੇ ਸਿੱਖ ਦਾ ਜਿਹੜਾ ਇੱਕ ਰਿਸ਼ਤਾ ਹੈ, ਉਹ ਡਿਫਰੈਂਟ ਰਿਸ਼ਤਾ ਹੈ। ਉਹ ਕਿਸੇ ਪੀਰ ਦਾ ਮੁਰੀਦ ਦਾ ਰਿਸ਼ਤਾ ਨਹੀਂ ਆ, ਉਹ ਇੱਕ ਡਿਫਰੈਂਟ ਰਿਸ਼ਤਾ ਹੈ। ਇੱਕ ਆਲ ਟੂਗੈਦਰ ਇੱਕ ਡਿਫਰੈਂਟ ਤਰ੍ਹਾਂ ਦੀ ਜਿਹੜੀ ਹੈ ਨਾ, ਉਹ ਇੱਕ ਕੈਮਿਸਟਰੀ ਆ ਸਾਡੇ ਗੁਰੂ ਨਾਲ। ਸੋ ਹਰ ਇੱਕ ਸਿੱਖ ਦੀ ਉਹ ਗੁਰੂ ਪਾਤਸ਼ਾਹ ਨਾਲ ਇੱਕ ਡਿਫਰੈਂਟ ਰਿਸ਼ਤਾ, ਇੱਕ ਅਲੱਗ ਤਰ੍ਹਾਂ ਦਾ ਰਿਸ਼ਤਾ। ਉਹ ਆਪਣੇ ਗੁਰੂ ਨਾਲ ਕਿਸ ਤਰੀਕੇ ਨਾਲ ਕਨੈਕਟ ਹੁੰਦਾ, ਉਹ ਹਰ ਇੱਕ ਇੰਡੀਵਿਜੂਅਲ ਦੀ ਆਪੋ ਆਪਣੀ ਇੱਕ ਕਹਿ ਲਈਏ ਕਿ ਕਰਮ ਹੈ, ਉਹ ਇੱਕ ਆਪੋ ਆਪਣੀ ਇੱਕ ਜਜ਼ਬਾ ਹੈ। ਹਰ ਇੱਕ ਸਿੱਖ ਦਾ ਅਲੱਗ ਅਲੱਗ ਹੈ। ਕੁਝ ਸਿੱਖ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਰੀਆ ਨੇ। ਹੁਣ ਉਹਨਾਂ ਵਾਸਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਰੀਆ ਹੀ ਹੋ ਕੇ ਨਿਬੜਨਗੇ। ਅਤੇ ਜਿਹੜੇ ਸਿੱਖ ਇਹ ਕਹਿੰਦੇ ਨੇ ਕਿ ਸਾਡਾ ਤਾਂ ਆਦਿ ਜੁਗਾਦ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਨੇ, ਮੇਰੇ ਕੋਲ ਤਾਂ ਹੋਰ ਕੋਈ ਰਾਹ ਹੀ ਨਹੀਂ ਸਿਵਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਮੇਰਾ ਤਾਂ ਹੋਰ ਕੋਈ ਬਾਪ ਹੀ ਨਹੀਂ ਸਿਵਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉਹਨਾਂ ਨਾਲ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਸ ਤਰੀਕੇ ਨਾਲ ਹੋ ਕੇ ਨਿਬੜਨਗੇ। ਸੋ ਇਹ ਤਾਂ ਹਰ ਇੱਕ ਸਿੱਖ ਦਾ ਆਪੋ ਆਪਣਾ ਜਜ਼ਬਾ ਹੈ। ਤੁਹਾਡੇ ਅੰਦਰ ਗੁਰੂ ਨਾਲ ਤੁਹਾਡਾ ਕਨੈਕਸ਼ਨ ਕਿੱਦਾਂ ਦਾ, ਉਹ ਤੁਸੀਂ ਦੇਖਣਾ, ਉਹ ਮੈਂ ਨਹੀਂ ਦੇਖ ਸਕਦੀ। ਮੇਰੇ ਗੁਰੂ ਨਾਲ ਕਨੈਕਸ਼ਨ ਕਿੱਦਾਂ ਦਾ, ਉਹ ਮੈਂ ਦੇਖਣਾ, ਉਹਨੂੰ ਤੁਸੀਂ ਜੱਜ ਨਹੀਂ ਕਰ ਸਕਦੇ। ਸੋ ਹਰ ਕਿਸੇ ਦਾ ਜਿਹੜਾ ਗੁਰੂ ਦੇ ਨਾਲ ਕਨੈਕਸ਼ਨ ਹੈ ਉਹ ਡਿਫਰੈਂਟ ਹੈ। ਪਰ ਆਪਾਂ ਇੱਕ ਗੱਲ ਸਮਝ ਲਈਏ ਕਿ ਜਿਹੜੇ ਸਿਧਾਂਤ ਨੇ ਉਹ ਸਾਡੇ ਸਾਰਿਆਂ ਲਈ ਸਾਂਝੇ ਨੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਕਹਿਣ ਵਾਲੇ ਲੋਕ ਨੇ,
ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਭ ਕੁਛ ਮੰਨਣ ਵਾਲੇ ਲੋਕ ਨੇ, ਜਾਂ ਉਹਨਾਂ ਨੂੰ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇੱਕ ਪਲ ਵੀ ਮੈਂ ਐਸੇ ਲੋਕ ਵੀ ਵੇਖੇ ਨੇ ਜਿਹੜੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਘਰ 'ਚ ਚਰਨ ਪਾਉਂਦੇ ਨੇ, ਉਹ ਇੰਨਾ ਉਹਨਾਂ ਨੂੰ ਸੁਭਾਗ ਜਿਹੜਾ ਨੇ ਉਹ ਬਖਸ਼ਦੇ ਨੇ, ਤਾਂ ਉਹਨਾਂ ਨੂੰ ਮੈਂ ਰੋਂਦਿਆਂ ਦੇਖਿਆ, ਉਹਨਾਂ ਲੋਕਾਂ ਨੂੰ ਭਾਵੁਕ ਹੁੰਦਿਆਂ ਵੇਖਿਆ ਕਿ ਸਾਡਾ ਗੁਰੂ ਸਾਡੇ ਘਰ ਆਇਆ ਹੈ ਨਾ। ਸੋ ਕਿਆ ਉਹ ਚਾਹੇ ਉਹ ਉੱਦਾਂ ਦੇ ਲੋਕ ਨੇ, ਪਰ ਸਾਰਿਆਂ ਦੇ ਲਈ ਜਿਹੜੇ ਸਿਧਾਂਤ ਨੇ ਨਾ ਉਹ ਇੱਕ ਬਰਾਬਰ ਨੇ। ਸਿਧਾਂਤਾਂ ਦੇ ਵਿੱਚ ਗੁਰੂ ਮਹਾਰਾਜ ਨੇ ਕਿਸੇ ਨੂੰ ਕੋਈ ਛੋਟ ਨਹੀਂ ਦਿੱਤੀ। ਹੁਣ ਆਪਾਂ ਇਹ ਦੇਖਣਾ ਹੈ ਕਿ ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਕਿਆ ਅਸੀਂ ਆਪਣੇ ਗੁਰੂ ਦੇ ਜਿਹੜੇ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਹੋਏ ਸੇਵਾ ਕਰਦੇ ਹਾਂ, ਜਾਂ ਅਸੀਂ ਸਿਰਫ ਸੇਵਾ ਦਾ ਇੱਕ ਮੁਖੌਟਾ ਓੜ ਲਿਆ ਔਰ ਅਸੀਂ ਸਿਰਫ ਭਾਂਡੇ ਜਿਹੜੇ ਆ ਉਹ ਧੋਣ ਨੂੰ ਜਾਂ ਝਾੜੂ ਪੋਚਾ ਕਰਨ ਨੂੰ, ਜਾਂ ਅਸੀਂ ਗੁਰੂ ਘਰ ਦੀ ਹੋਰ ਕੋਈ ਵੀ ਸੇਵਾ ਕਰਨ ਨੂੰ, ਜਾਂ ਗੁਰੂ ਘਰ ਤੋਂ ਬਾਹਰ ਵੀ ਜਿੱਦਾਂ ਆਪਾਂ ਸੇਵਾ ਸਾਡੇ ਬਹੁਤ ਸਾਰੇ ਜਿਹੜੇ ਹੁਣ ਜਿੱਦਾਂ ਕਿਸਾਨ ਮੋਰਚਾ ਹੀ ਲੱਗਾ ਸੀ, ਕਿਸੇ ਨੇ ਉੱਥੇ ਦਵਾਈਆਂ ਦਾ ਲੰਗਰ ਵੀ ਲਾਇਆ, ਕਿਸੇ ਨੇ ਦਵਾਈਆਂ ਵੰਡੀਆਂ, ਕਿਸੇ ਨੇ ਡਾਕਟਰ ਜਾ ਕੇ ਉੱਥੇ ਬੈਠ ਕੇ। ਸੋ ਕਿਆ ਉਹ ਇੱਕ ਸਿਰਫ ਇੱਕ ਬਾਹਰੀ ਦਿਖਾਵਾ ਹੈ? ਦਿਖਾਵੇ ਤੋਂ ਫਿਰ ਮੇਰਾ ਇਹ ਮਤਲਬ ਬਿਲਕੁਲ ਨਹੀਂ ਕਿ ਉਹ ਕਰਨਾ ਨਹੀਂ ਸੀ ਚਾਹੁੰਦੇ, ਉਹਨਾਂ ਨੇ ਸਿਰਫ ਪਬਲਿਸਿਟੀ ਵਾਸਤੇ ਕੀਤਾ। ਪਰ ਗੁਰੂ ਦੇ ਘਰ ਦੇ ਵਿੱਚ ਰਹਿ ਕੇ ਜਦੋਂ ਆਪਾਂ ਸੇਵਾ ਕਰਾਂਗੇ ਤਾਂ ਸਾਨੂੰ ਗੁਰੂ ਦੇ ਪੂਰਨਿਆਂ ਦੇ ਉੱਤੇ, ਗੁਰੂ ਦੇ ਸਿਧਾਂਤਾਂ ਉੱਤੇ ਚੱਲ ਕੇ ਕਰਨੀ ਪਊਗੀ, ਫਿਰ ਉਹ ਸੇਵਾ ਪ੍ਰਵਾਨ ਹੋਊਗੀ ਗੁਰੂ ਘਰ ਦੇ ਵਿੱਚ, ਉਸ ਤੋਂ ਬਿਨਾਂ ਨਹੀਂ ਹੋ ਸਕਦੀ। ਹੁਣ ਗੁਰੂ ਮਹਾਰਾਜ ਜਦੋਂ ਸਾਨੂੰ ਸੇਵਾ ਦੀ ਗੱਲ ਕਰਦੇ ਹਾਂ ਆਪਾਂ, ਤਾਂ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਨੇ ਕਿ ਸਿੱਖਾਂ ਦੀ ਜਿਹੜੀ ਅਵਸਥਾ ਹੈ, ਸਭ ਤੋਂ ਪਹਿਲਾਂ ਸੇਵਾ ਤੋਂ ਪਹਿਲਾਂ ਸਿੱਖਾਂ ਦੀ ਅਵਸਥਾ ਨਿਸ਼ਕਾਮ ਹੋਣੀ ਚਾਹੀਦੀ ਹੈ। ਔਰ ਨਿਸ਼ਕਾਮ ਅਵਸਥਾ ਦੇ ਵਿੱਚ ਆਪਾਂ ਪਿਛਲੀ ਵਾਰੀ ਬੜੀ ਖੁੱਲ੍ਹ ਕੇ ਇਹਦੇ ਬਾਰੇ ਗੱਲ ਕੀਤੀ ਸੀ ਕਿ ਉਹ ਸਾਨੂੰ ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ। ਤਾਂ ਮੈਂ ਇੱਕ ਵਾਰੀ ਫਿਰ ਤੋਂ ਬੋਲ ਦਿੰਦੀ ਹਾਂ, ਉਹੀ ਜੋ ਆਪਾਂ ਪਿਛਲੀ ਵਾਰੀ ਕੀਤਾ ਸੀ ਉਹਨੂੰ ਇੱਕ ਵਾਰੀ ਰਿਪੀਟ ਹੋ ਜਾਊਗਾ। ਹਉ ਸਦਕੇ ਤਿਨਾ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ, ਹਉ ਸਦਕੇ ਤਿਨਾ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ, ਹਉ ਸਦਕੇ ਤਿਨਾ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿਤ ਲਾਇਆ, ਹਉ ਸਦਕੇ ਤਿਨਾ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਹਉ ਸਦਕੇ ਤਿਨਾ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਹਉ ਸਦਕੇ ਤਿਨਾ ਗੁਰਸਿੱਖਾਂ ਆਸਾਂ ਵਿੱਚ ਨਿਰਾਸ ਵਿਲਾਇਆ, ਸਤਿਗੁਰੂ ਦਾ ਉਪਦੇਸ਼ ਦ੍ਰਿੜਾਇਆ। ਇਹਦੇ ਬਾਰੇ ਇਸ ਜਿਹੜੀ ਇਹ ਵਾਰ ਹੈ ਭਾਈ ਗੁਰਦਾਸ ਜੀ ਦੀ ਲਿਖੀ ਹੋਈ, ਇਹਦੇ ਬਾਰੇ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਔਰ ਡਿਸਕਸ਼ਨ ਵੀ ਕਰ ਲਈ ਸੀ ਕਿ ਭਾਈ ਗੁਰਦਾਸ ਸਾਨੂੰ ਕਿਸ ਤਰ੍ਹਾਂ ਦੀ ਨਿਸ਼ਕਾਮ ਅਵਸਥਾ ਬਣਾਉਣ ਦੀ ਗੱਲ ਕਰ ਲਏ ਨੇ। ਇੱਕ ਤਾਂ ਆਪਾਂ ਆਪਣੇ ਆਪ ਨੂੰ ਆਪ ਹੀ ਟਿਕ ਮਾਰਕ, ਆਪ ਹੀ ਨੰਬਰ ਦਿਆ ਕਰੀਏ ਕਿ ਅਸੀਂ ਕਿਹਨਾਂ ਪੈਰਾਮੀਟਰਸ ਉੱਪਰ ਖਰੇ ਉਤਰਦੇ ਹਾਂ, ਕਿਹੜੇ ਪੈਰਾਮੀਟਰਸ ਉੱਪਰ ਆਪਾਂ ਖਰੇ ਨਹੀਂ ਉਤਰਦੇ। ਪਹਿਲੀ ਗੱਲ ਜਿਹੜੀ ਉਹ ਕਹਿੰਦੇ ਨੇ ਕਿ ਆਪ ਗਵਾਇਆ, ਸਾਨੂੰ ਆਪਣਾ ਆਪ ਗਵਾਉਣਾ ਪਊਗਾ, ਈਗੋ ਲੈਸ ਹੋਣਾ ਪਊਗਾ। ਸਾਨੂੰ ਇਹ ਜਿਹੜੀ ਇਹ ਮੈਂ ਭਰੀ ਪਈ ਹੈ ਨਾ ਅੰਦਰ ਕਿ ਮੇਰੇ ਤੋਂ ਬਿਨਾਂ ਤਾਂ ਕੁਛ ਹੋ ਹੀ ਨਹੀਂ ਸਕਦਾ, ਮੈਂ ਕਰੂੰਗਾ ਤਾਂ ਹੋਊਗਾ, ਅਗਰ ਮੈਂ ਨਹੀਂ ਕੀਤਾ ਤਾਂ ਇਹ ਤਾਂ ਕੰਮ ਹੋਣੇ ਹੀ ਨਹੀਂ ਸੀ। ਸੋ ਇਹ ਜਿਹੜੀ ਈਗੋ ਹੈ, ਸਾਨੂੰ ਇਹ ਈਗੋਲੈਸ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਗਵਾ ਕੇ ਜਦੋਂ ਸਾਡੀ ਅਵਸਥਾ ਤੂੰ ਹੀ ਵਾਲੀ ਬਣ ਗਈ ਕਿ ਤੂੰ ਹੀ ਹੈ ਸਤਿਗੁਰੂ, ਤੂੰ ਹੀ ਜੋ ਕੀਤਾ ਉਹ ਹੋਇਆ, ਮੇਰੇ ਕੀਤਿਆਂ ਕੁਛ ਨਹੀਂ ਹੋਇਆ, ਉਹ ਸਾਡਾ ਪਹਿਲਾ ਕਦਮ ਹੈ ਨਿਸ਼ਕਾਮ ਅਵਸਥਾ ਵੱਲ ਜਾਣ ਦਾ। ਅਗਲੀ ਗੱਲ ਆਉਂਦੀ ਹੈ ਕਿ ਅਸੀਂ ਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਵੀ, ਕਿਉਂਕਿ ਜਗਤ ਇੱਕ ਮਾਇਆ ਹੈ ਨਾ, ਪੂਰਾ ਇੱਕ ਹੁਣ ਮਾਇਆ ਤੋਂ ਬੜੇ ਸਾਰੇ ਜਿਹੜੇ ਖਾਸ ਤੌਰ 'ਤੇ ਜਿਹੜੇ ਲੋਕ ਜਿਹੜੇ ਕਹਿੰਦੇ ਅਸੀਂ ਪਰਮਾਤਮਾ ਨੂੰ ਮੰਨਦੇ ਨਹੀਂ, ਉਹ ਕਹਿੰਦੇ ਨੇ ਕਿ ਜਿਹੜੀ ਇਹ ਪੂਰੀ ਵਰਲਡ ਨੂੰ ਇਲਿਊਜ਼ਨ ਕਹਿ ਦੇਣਾ ਨਾ, ਉਹ ਰਿਲੀਜਨ ਦਾ ਇੱਕ ਬੜਾ ਤਰੀਕਾ ਹੈ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਦਾ। ਬੜੇ ਸਾਰੇ ਲੋਕ ਇਹ ਕਹਿੰਦੇ ਨੇ। ਸਿੱਖੀ ਦੇ ਵਿੱਚ ਜਦੋਂ ਸੰਸਾਰ ਨੂੰ ਮਾਇਆ ਕਿਹਾ ਗਿਆ ਤਾਂ ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਮਾਇਆ ਨੂੰ ਛੱਡ ਕੇ ਭੱਜ ਜਾਓ, ਨਹੀਂ। ਸਿੱਖੀ ਦੇ ਵਿੱਚ ਜਦੋਂ ਸੰਸਾਰ ਨੂੰ ਮਾਇਆ ਕਿਹਾ ਗਿਆ ਤਾਂ ਉਹ ਸਿਰਫ ਇਹ ਕਿਹਾ ਗਿਆ ਕਿ ਇਹ ਜਿਹੜੀ ਜਗ੍ਹਾ ਹੈ ਉਹ ਥਿਰ ਨਹੀਂ ਰਹਿਣੀ। ਹੁਣ ਕੋਈ ਵੀ ਇੱਕ ਦੁਨੀਆ ਦੇ ਵਿੱਚ ਕੋਈ ਵੀ ਇੱਕ ਬੰਦਾ ਉੱਠ ਕੇ ਇਹ ਗੱਲ ਕਹਿ ਦੇ ਕਿ ਜੇ ਇਹ ਜਿਹੜੀ ਧਰਤੀ ਹੈ ਉਹ ਥਿਰ ਰਹਿਣੀ ਹੈ, ਮਤਲਬ ਉਹ ਸਥਿਰ ਰਹਿਣੀ ਆ, ਉਹ ਕਦੀ ਬਦਲਣੀ ਨਹੀਂ। ਜੋ ਮੈਂ ਘਰ ਬਣਾ ਲਿਆ, ਮੈਂ ਉਮਰ ਭਰ ਤੇ ਉਮਰ ਤੋਂ ਬਾਅਦ ਵੀ ਉਸੇ ਘਰ 'ਚ ਹੀ ਰਹਿਣਾ, ਜਾਂ ਮੈਂ ਕਦੀ ਮਰਨਾ ਹੀ ਨਹੀਂ। ਹੁਣ ਚੇਂਜਸ ਦਾ ਮਤਲਬ ਕੀ ਆ? ਜਦੋਂ ਗੁਰੂ ਮਹਾਰਾਜ ਇਹ ਦੱਸਦੇ ਨੇ ਸਾਨੂੰ ਕਿ ਇਹ ਧਰਤੀ, ਇਹ ਜਿਹੜੀ ਦੁਨੀਆ ਹੈ ਉਹ ਮਾਇਆ ਹੈ, ਤਾਂ ਉਹ ਕਹਿ ਕੀ ਰਹੇ ਨੇ ਕਿ ਇੱਥੇ ਕੁਛ ਵੀ ਸਥਿਰ ਨਹੀਂ ਹੈ, ਸਭ ਬਦਲ ਜਾਣਾ, ਪਰ ਸਥਿਰ ਕੀ ਰਹਿਣਾ? ਉਸ ਇੱਕ ਦਾ ਨਾਮ। ਸੋ ਮਾਇਆ ਦਾ ਮਤਲਬ ਹੈ ਕਿ ਇਹ ਪੂਰਾ ਭਰਮ ਜਾਲ ਜੋ ਸਾਡੇ ਸਾਹਮਣੇ, ਜੋ ਇਲਿਊਜ਼ਨ ਅਸੀਂ ਕ੍ਰੀਏਟ ਕਰਕੇ ਬੈਠੇ ਹਾਂ। ਕਿਉਂਕਿ ਜਦੋਂ ਅਸੀਂ ਘਰ ਲੈਂਦੇ ਹਾਂ ਨਾ, ਤੇ ਅਸੀਂ ਇਹ ਕਹਿੰਦੇ ਹਾਂ ਕਿ ਇਹਦੇ ਵਿੱਚ ਆਹ ਵੀ ਬਦਲ ਦਿਓ, ਆਹ ਵੀ ਬਦਲ ਦਿਓ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਅਗਲੇ ਪਲ ਦੇ ਵਿੱਚ ਕੀ ਹੋ ਜਾਣਾ। ਅਸੀਂ ਅਗਲੇ ਪਲ ਉਸ ਘਰ ਦੇ ਵਿੱਚ ਰਹਿਣ ਦੇ ਲਈ
ਹੋਣਾ ਵੀ ਆ ਕਿ ਨਹੀਂ ਹੋਣਾ। ਪਰ ਜਦੋਂ ਅਸੀਂ ਪਲੈਨਿੰਗ ਕਰ ਰਹੇ ਹੁੰਦੇ ਹਾਂ ਤਾਂ ਉਹ ਅਸੀਂ ਪੂਰੀ ਪਲਾਨ ਕਰ ਰਹੇ ਹੁੰਦੇ ਹਾਂ ਅੱਜ ਤੋਂ 100 ਸਾਲ ਬਾਅਦ ਦੀ। ਸੋ ਇਹ ਹੈ ਇਲਿਊਜ਼ਨ, ਇਹ ਸਾਡੇ ਲਈ ਇਲਿਊਜ਼ਨ ਆ। ਔਰ ਇਹ ਇਲਿਊਜ਼ਨ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਓਨੀ ਕੁ ਜ਼ਰੂਰੀ ਵੀ ਆ। ਅਗਰ ਅਸੀਂ ਇਹੀ ਸੋਚੀਏ ਕਿ ਇਹ ਤਾਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ, ਤਾਂ ਫਿਰ ਅਸੀਂ ਤਿਆਗੀ ਹੋ ਜਾਵਾਂਗੇ। ਪਰ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੈ ਕਿ ਇਸ ਮਾਇਆ ਦੇ ਅੰਦਰ ਰਹਿ ਕੇ ਵੀ ਤੁਸੀਂ ਜਿਹੜਾ ਸੁਭਾਅ ਹੈ ਉਹ ਉਸ ਤਰ੍ਹਾਂ ਦਾ ਹੀ ਰੱਖਣਾ ਹੈ, ਉਹ ਉਦਾਸੀ ਵਾਲਾ ਸੁਭਾਅ ਹੀ ਰੱਖਣਾ। ਤੁਸੀਂ ਇਸ ਮਾਇਆ ਦੇ ਵਿੱਚ ਫਸਣਾ ਨਹੀਂ। ਹੁਣ ਇਸ ਦਾ ਮਤਲਬ, ਇਸ ਦਾ ਅਰਥ ਜਿਹੜਾ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਬੜੇ ਡਿਟੇਲ ਦੇ ਵਿੱਚ ਕੀਤਾ ਸੀ ਕਿ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਨਾ, ਤਾਂ ਉਹ ਅਸੀਂ ਮਾਇਆ ਦੇ ਵਿੱਚ ਫਸ ਰਹੇ ਹੁੰਦੇ ਹਾਂ। ਅਸੀਂ ਆਪਣੇ ਸਾਰੇ ਕਰਮ ਵੀ ਕਰੀਏ, ਆਪਣੀਆਂ ਰਿਸਪੋਂਸੀਬਿਲਿਟੀਜ਼ ਵੀ ਨਿਭਾਈਏ। ਜੇ ਮੇਰੇ ਬੱਚੇ ਨੇ, ਮੇਰੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਮੈਂ ਉਹਨਾਂ ਨੂੰ ਇੱਕ ਚੰਗੀ ਜੀਵਨ ਦੇਵਾਂ। ਔਰ ਗੁਰੂ ਮਹਾਰਾਜ ਸਾਨੂੰ ਇਹੀ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਰਿਸਪੋਂਸੀਬਿਲਿਟੀਜ਼ ਨੂੰ ਪੂਰਾ ਕਰਨਾ, ਪਰ ਉਸ ਮਾਇਆ ਦੇ ਚੱਕਰ ਦੇ ਵਿੱਚ ਫਸਣਾ ਨਹੀਂ। ਸੋ ਇਹ ਸਾਡਾ ਦੂਸਰਾ ਪੜਾਅ ਹੈ। ਅਗਲੀ ਗੱਲ ਜਿਹੜੀ ਹੈ ਕਿ ਉਹ ਜਿਹੜਾ ਗੁਰੂ ਦਾ ਸਿੱਖ ਨਿਸ਼ਕਾਮ ਅਵਸਥਾ ਵਿੱਚ ਪਹੁੰਚਦਾ ਹੈ, ਉਹਨੇ ਗੁਰਚਰਨੀ ਚਿੱਤ ਲਾਉਣਾ। ਆਪਣੇ ਗੁਰੂ ਦੇ ਚਰਨ ਦੇ ਵਿੱਚ, ਗੁਰਮਤ ਦੇ ਵਿੱਚ ਉਹਨੇ ਚਿੱਤ ਲਾਉਣਾ। ਹੁਣ ਆਪਾਂ ਇਹ ਦੇਖੀਏ ਕਿ ਸਾਡਾ ਇਹ ਅਸੀਂ ਕਿੰਨੇ ਕੁ ਜਗ੍ਹਾ ਤੋਂ ਤੇ ਟਿਕ ਮਾਰਕ ਕਰਦੇ ਹਾਂ। ਪਹਿਲਾ, ਕਿਆ ਅਸੀਂ ਈਗੋ ਤੋਂ ਰਹਿਤ ਹਾਂ? ਕਿਆ ਸਾਨੂੰ ਕਦੀ ਇਹ ਦਿਮਾਗ 'ਚ ਆਉਂਦਾ ਆ ਕਿ ਇਹ ਕੰਮ ਤਾਂ ਮੇਰੇ ਬਿਨਾਂ ਹੋਣਾ ਨਹੀਂ ਸੀ, ਜਾਂ ਉਹਦਾ ਕੰਮ ਤਾਂ ਮੈਂ ਕਰਾਤਾ, ਨਹੀਂ ਤਾਂ ਕਿੱਥੇ ਹੋਣਾ ਸੀ? ਅਗਰ ਆਉਂਦਾ ਹੈ ਤਾਂ ਆਪਾਂ ਈਗੋ ਦੇ ਵਿੱਚ ਫਸੇ ਹੋਏ ਹਾਂ। ਦੂਸਰੀ ਗੱਲ, ਕਿਆ ਅਸੀਂ ਜਿਹੜਾ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਉਸ ਭਾਵਨਾ ਦੇ ਵਿੱਚ ਹਾਂ, ਉਸ ਉਦਾਸੀਨ ਭਾਵਨਾ ਦੇ ਵਿੱਚ ਹਾਂ? ਤੀਸਰੀ ਗੱਲ, ਕਿਆ ਅਸੀਂ ਗੁਰਬਾਣੀ ਦੇ ਔਰ ਗੁਰਚਰਨੀ ਚਿੱਤ ਲਾਇਆ ਹੋਇਆ ਕਿ ਕਿਤੇ ਇਹ ਤਾਂ ਨਹੀਂ ਕਿ ਸਾਡਾ ਜਿਹੜਾ, ਕਿਉਂਕਿ ਅਸੀਂ ਸਾਰਿਆਂ ਨੇ ਆਪੋ ਆਪਣੇ ਅਲੱਗ-ਅਲੱਗ ਡੇਰੇ, ਅਲੱਗ-ਅਲੱਗ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਪੂਜਣਾ ਸ਼ੁਰੂ ਕੀਤਾ ਹੋਇਆ, ਕਿਤੇ ਇਹ ਤਾਂ ਗੱਲ ਨਹੀਂ? ਅਗਲੀ ਗੱਲ, ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਔਰ ਗੁਰਸਿੱਖਾਂ ਨੇ ਉਹ ਉਦੋਂ ਨਿਸ਼ਕਾਮ ਅਵਸਥਾ ਜਦੋਂ ਤੁਸੀਂ ਕਿਸੇ ਇੱਕ ਆਪਣੇ ਗੁਰਸਿੱਖ ਨੂੰ ਮਿਲਦੇ ਹੋ, ਤਾਂ ਉਹ ਜਿਹੜੀਆਂ ਟੀਚਿੰਗਸ ਨੇ, ਗੁਰੂ ਦੀਆਂ ਟੀਚਿੰਗਸ ਨੇ, ਉਹ ਵੀ ਇੰਪਾਰਟ ਕਰਦੇ ਰਹੋ, ਉਹ ਵੀ ਅੱਗੇ ਚਲਾਉਂਦੇ ਰਹੋ, ਹੈ ਨਾ। ਫਿਰ ਇਸ ਤਰੀਕੇ ਨਾਲ ਹੀ, ਔਰ ਜਿਹੜਾ ਮੇਨ ਅਹਿਮ ਗੱਲ ਹੈ ਅਖੀਰ ਦੇ ਉੱਪਰ ਜੋ ਇਹ ਦੱਸਦੇ ਨੇ, ਕਿਉਂਕਿ ਇਸ ਵਾਰ ਨੂੰ ਆਪਾਂ ਪਿਛਲੀ ਵਾਰੀ ਡਿਸਕਸ ਕੀਤਾ ਸੀ, ਤਾਂ ਅਖੀਰ ਦੇ ਉੱਤੇ ਜਿਹੜੀ ਇੱਕ ਇੰਪੋਰਟੈਂਟ ਗੱਲ ਉਹ ਹੈਗੀ ਕਿ ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ। ਕਿ ਸਤਿਗੁਰੂ ਨੇ ਜੋ ਸਾਨੂੰ ਉਪਦੇਸ਼ ਕੀਤਾ ਉਹਨੂੰ ਅਸੀਂ ਦ੍ਰਿੜ ਕਰਦੇ ਰਹਿੰਦੇ ਹਾਂ, ਉਹਨੂੰ ਬਾਰ-ਬਾਰ ਆਪ ਵੀ ਦ੍ਰਿੜ ਕਰਦੇ ਹਾਂ, ਆਪਣੇ ਜਿਹੜੇ ਸਾਡੇ ਅੱਗੇ ਗੁਰਸਿੱਖ ਨੇ, ਚਾਹੇ ਉਹ ਸਾਡੇ ਪਰਿਵਾਰ ਦੇ ਹੀ ਮੈਂਬਰ ਕਿਉਂ ਨਹੀਂ ਨੇ, ਉਹਨਾਂ ਨੂੰ ਵੀ ਦ੍ਰਿੜ ਕਰਾਈਏ। ਹੁਣ ਆਪਾਂ ਆਪਣੇ ਆਪ ਦੇ ਵਿੱਚ ਹੀ ਦੇਖ ਲਈਏ ਕਿ ਸਤਿਗੁਰੂ ਦਾ ਉਪਦੇਸ਼ ਦ੍ਰਿੜਾਇਆ, ਇਸੇ ਚੀਜ਼ ਦੇ ਉੱਪਰ ਆਪਾਂ ਕਿੰਨੇ ਕੁ ਖਰੇ ਉਤਰਦੇ ਹਾਂ। ਗੁਰੂ ਅੰਗਦ ਦੇਵ ਪਾਤਸ਼ਾਹ ਦੇ ਜੀਵਨ ਦੀ ਗੱਲ ਆਪਾਂ ਜਦੋਂ ਕਰ ਰਹੇ ਸੀ, ਤਾਂ ਅਸੀਂ ਗੁਰਮੁਖੀ ਲਿਪੀ ਦੀ ਗੱਲ ਕੀਤੀ ਸੀ। ਹੁਣ ਗੁਰੂ ਸਾਡੇ ਨੇ ਸਾਨੂੰ ਗੁਰਮੁਖੀ ਲਿਪੀ ਦੇ ਲੜ ਲਾਇਆ। ਉਹਨਾਂ ਨੇ ਕਿਹਾ ਕਿ ਗੁਰਮੁਖੀ ਲਿਪੀ ਤੁਹਾਡੀ ਲਿਪੀ ਹੈ, ਅਤੇ ਅਸੀਂ ਕੀ ਕਰ ਰਹੇ ਹਾਂ? ਸਾਡੇ ਗੁਰੂ ਦਾ ਉਪਦੇਸ਼ ਗੁਰਮੁਖੀ ਲਿਪੀ ਦੇ ਵਿੱਚ ਹੈ ਨਾ। ਮੈਂ ਇਹ ਬੇਨਤੀ ਪਹਿਲਾਂ ਵੀ ਕੀਤੀ ਸੀਗੀ ਕਿ ਅਗਰ ਸਾਡੇ ਗੁਰੂ ਨੇ ਸਾਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਨੂੰ ਕਿਹਾ ਹੁੰਦਾ, ਹੁਕਮ ਦਿੱਤਾ ਹੁੰਦਾ, ਤਾਂ ਉਹਨਾਂ ਨੇ ਉਸ ਭਾਸ਼ਾ ਵਿੱਚ ਉਹਨੂੰ ਟਰਾਂਸਲੇਟ ਕਰਵਾ ਦੇਣਾ ਸੀ। ਐਟਲੀਸਟ ਅਰਬੀ, ਫਾਰਸੀ, ਇਹਨਾਂ ਵਿੱਚ ਤਾਂ ਟਰਾਂਸਲੇਟ ਹੋ ਹੀ ਜਾਣਾ, ਸੰਸਕ੍ਰਿਤ ਵਿੱਚ ਟਰਾਂਸਲੇਟ ਹੋ ਜਾਣਾ ਸੀ। ਪਰ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੇ ਸਿਰਫ ਗੁਰਮੁਖੀ ਦੇ ਵਿੱਚ ਹੀ ਗੱਲ ਕੀਤੀ ਹੈ, ਔਰ ਗੁਰਮੁਖੀ ਹੀ ਸਾਡੇ ਪੱਲੇ ਪਾਈ ਹੈ। ਉਹਨਾਂ ਨੇ ਸਾਡੀ ਝੋਲੀ ਗੁਰਮੁਖੀ ਪਾਈ ਹੈ। ਹੁਣ ਸਾਡੇ ਗੁਰੂ ਦਾ ਉਪਦੇਸ਼, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਕੀ ਹੈ ਸਾਨੂੰ? ਕਿ ਗੁਰਮੁਖੀ ਦੇ ਵਿੱਚ ਹੀ ਤੁਸੀਂ ਪੜ੍ਹੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਸੀਂ ਕੀ ਕਰ ਰਹੇ ਹਾਂ? ਅਸੀਂ ਆਪਣੇ ਘਰਾਂ ਦੇ ਵਿੱਚੋਂ ਗੁਰਮੁਖੀ ਮਾਈਨਸ ਕਰ ਦਿੱਤੀ। ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਦੇ ਲੜ ਲਾਉਂਦੇ ਹੀ ਨਹੀਂ, ਗੁਰਮੁਖੀ ਪੜ੍ਹਾਉਂਦੇ ਹੀ ਨਹੀਂ। ਔਰ ਅੱਗੋਂ ਸਾਡਾ ਇਹ ਜਿਹੜਾ ਅਗਲੀ ਗੱਲ ਇਹ ਆਉਂਦੀ ਆ ਕਿ ਬੱਚੇ ਤਾਂ ਜੀ ਇੰਗਲਿਸ਼ ਬੋਲਦੇ ਆ, ਬੱਚੇ ਤਾਂ ਪੰਜਾਬੀ ਸਮਝਦੇ ਨਹੀਂ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਤੁਸੀਂ ਖੁਦ ਹੀ ਆਪਣੇ ਬੱਚਿਆਂ ਨੂੰ ਇੰਨਾ ਅੰਡਰ ਐਸਟੀਮੇਟ ਕਿੱਦਾਂ ਕਰ ਸਕਦੇ ਆ? ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਦੇ ਵਿੱਚ ਇੰਨੀ ਸ਼ਮਤਾ ਨਹੀਂ ਕਿ ਉਹ ਗੁਰਮੁਖੀ ਸਿੱਖ ਜਾਣਗੇ? ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਇੰਨੇ ਨਲਾਇਕ ਨੇ ਕਿ ਉਹ 2 ਭਾਸ਼ਾਵਾਂ 3 ਭਾਸ਼ਾਵਾਂ ਸਿੱਖ ਹੀ ਨਹੀਂ ਸਕਦੇ? ਜਦ ਕਿ ਸਿੱਖਾਂ ਦੇ ਬੱਚੇ, ਔਰ ਇਹ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ, ਪਰ ਕਿਉਂਕਿ ਭਾਸ਼ਾ ਦਾ, ਬੋਲੀ ਦਾ ਮੁੱਦਾ ਜਦੋਂ ਆਉਂਦਾ, ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਬੋਲਿਆ ਜਾਵੇ ਠੀਕ ਆ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਹਰ ਇੱਕ ਸਿੱਖ ਦੇ ਘਰ ਦੇ ਵਿੱਚ ਘੱਟੋ ਘੱਟ 4 ਭਾਸ਼ਾਵਾਂ ਆਉਂਦੀਆਂ ਹੁੰਦੀਆਂ ਸੀ। ਘੱਟੋ ਘੱਟ 4 ਭਾਸ਼ਾਵਾਂ ਜਿਹੜੀਆਂ ਉਹ ਬੋਲਦੇ ਸੀ। ਹਰ ਅਰਬੀ, ਫਾਰਸੀ, ਉਰਦੂ ਜਿਹੜੀ ਹੈ ਉਹ ਤਾਂ ਫਾਰਸੀ, ਉਰਦੂ ਸ਼ਾਇਦ, ਅਤੇ ਇੱਕ ਜਿਹੜੀ ਆਪਣੀ ਗੁਰਮੁਖੀ ਹੈ ਅਰਬੀ, ਇਹ ਚੀਜ਼ਾਂ ਇਹ ਆਉਂਦੀਆਂ ਹੁੰਦੀਆਂ ਸੀਗੀਆਂ ਸਾਡੇ ਲੋਕਾਂ ਨੂੰ। ਹੁਣ
ਅੱਜ ਦੇ ਜਦੋਂ ਆਪਾਂ ਕਹਿੰਦੇ ਹਾਂ ਕਿ ਅਸੀਂ ਆਧੁਨਿਕ ਯੁੱਗ ਦੇ ਵਿੱਚ ਹਾਂ, ਅਸੀਂ ਕਹਿੰਦੇ ਹਾਂ ਕਿ ਅਸੀਂ ਡਿਵੈਲਪਡ ਕੰਟਰੀਜ਼ ਦੇ ਮੈਂਬਰਸ ਹਾਂ। ਸਾਡੀ ਇਹ ਜਿਹੜਾ ਦੇਸ਼ ਆ ਡਿਵੈਲਪਡ ਹੈ, ਇੱਥੋਂ ਦੀ ਐਜੂਕੇਸ਼ਨ ਸਿਸਟਮ ਬਹੁਤ ਵਧੀਆ, ਸਾਡੇ ਬੱਚੇ ਬੜੇ ਇੰਟੈਲੀਜੈਂਟ ਆ, ਬੜੇ ਹੋਣਹਾਰ ਬੱਚੇ ਆ। ਤਾਂ ਨਾਲ ਹੀ ਅਸੀਂ ਕਹਿ ਦਿੰਦੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਜੀ, ਪੰਜਾਬੀ ਉਹ ਨਹੀਂ ਸਿੱਖਣਾ ਚਾਹੁੰਦੇ। ਉਹ ਸਿੱਖਣਾ ਨਹੀਂ ਚਾਹੁੰਦੇ ਜਾਂ ਤੁਸੀਂ ਸਿਖਾਉਣਾ ਨਹੀਂ ਚਾਹੁੰਦੇ। ਆਪਾਂ ਇੰਨਾ ਕੁ ਸਵਾਲ ਕਰ ਲਈਏ, ਕਿਉਂਕਿ ਬੱਚਾ ਜਦੋਂ ਪੈਦਾ ਹੋਇਆ ਉਹਨੂੰ ਨਹੀਂ ਪਤਾ ਕਿ ਮੈਂ ਕੀ ਸਿੱਖਣਾ ਕੀ ਨਹੀਂ ਸਿੱਖਣਾ, ਮੇਰੇ ਲਈ ਕੀ ਇੰਪੋਰਟੈਂਟ ਕੀ ਨੋਨ ਇੰਪੋਰਟੈਂਟ। ਤੁਸੀਂ ਦੱਸਦੇ ਆ ਉਹਨਾਂ ਨੂੰ ਕਿ ਤੁਹਾਡੇ ਲਈ ਗੁਰਮੁਖੀ ਇੰਪੋਰਟੈਂਟ ਨਹੀਂ ਆ। ਇਹ ਤੁਸੀਂ ਦੱਸਦੇ ਆ ਕਿਉਂਕਿ ਤੁਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ। ਮੈਂ ਆਪਣੇ ਬੱਚਿਆਂ 'ਤੇ ਮਿਹਨਤ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਮੈਂ ਬਲੇਮ ਜਿਹੜਾ ਆ ਉਹ ਬੱਚਿਆਂ ਉੱਤੇ ਸ਼ਿਫਟ ਕਰ ਦਿੰਦੀ ਹਾਂ। ਸੋ ਇਹ ਸਾਡੀਆਂ ਪ੍ਰੋਬਲਮਸ ਆ। ਹੁਣ ਆਪਾਂ ਇਹ ਦੇਖ ਲਈਏ ਕਿ ਜਦੋਂ ਅਸੀਂ ਸੇਵਾ ਦੀ ਗੱਲ ਕਰਾਂਗੇ ਤਾਂ ਨਿਸ਼ਕਾਮ ਅਵਸਥਾ ਦੀ ਗੱਲ ਆਊਗੀ। ਨਿਸ਼ਕਾਮ ਅਵਸਥਾ ਦੀ ਜਿਹੜੀ ਇੰਪੋਰਟੈਂਟ ਮੋਹਰ ਹੈ ਉਹ ਹੈ ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ। ਅਤੇ ਅਸੀਂ ਆਪਣੇ ਸਤਿਗੁਰ ਦਾ ਜਿਹੜਾ ਉਪਦੇਸ਼ ਹੈ ਗੁਰਮੁਖੀ ਦਾ, ਉਹਨੂੰ ਕਿੰਨੇ ਕੁ ਲੈਵਲ ਤੱਕ ਅਸੀਂ ਨਿਗੇਟ ਕੀਤਾ ਹੋਇਆ, ਜਾਂ ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਹੁੰਦੇ ਆ ਬਰਸ਼ਡ ਅੰਡਰ ਦ ਕਾਰਪੈਟ। ਅਸੀਂ ਉਹਨੂੰ ਕਾਰਪੈਟ ਦੇ ਅੰਡਰ ਬਰਸ਼ ਕਰਕੇ ਰੱਖਿਆ ਹੋਇਆ, ਮਤਲਬ ਅੱਖੋਂ ਪਰੋਖੇ ਕੀਤਾ ਹੋਇਆ। ਇਹ ਅਸੀਂ ਆਪਣੇ ਆਪ ਨੂੰ ਪੁੱਛੀਏ ਤਾਂ ਫਿਰ ਅਸੀਂ ਅਗਲੀ ਗੱਲ ਦੇਖੀਏ ਕਿ ਜਦੋਂ ਅਸੀਂ ਆਪਣੇ ਗੁਰੂ ਦਾ ਉਪਦੇਸ਼ ਹੀ ਦ੍ਰਿੜ ਨਹੀਂ ਕਰਾ ਰਹੇ, ਅਸੀਂ ਕਿਹੜੀ ਨਿਸ਼ਕਾਮ ਅਵਸਥਾ ਦੀ ਗੱਲ ਕਰਦੇ ਹਾਂ, ਅਸੀਂ ਕਿਹੜੀ ਸੇਵਾ ਦੀ ਗੱਲ ਕਰ ਰਹੇ ਹਾਂ। ਖੈਰ, ਇਸੇ ਦੇ ਵਿੱਚ ਹੀ ਹੁਣ ਅਗਲੀ ਗੱਲ ਜਿਹੜੀ ਆਉਂਦੀ ਹੈ ਉਹ ਫਿਰ ਭਾਈ ਗੁਰਦਾਸ ਜੀ ਪਾਸੋਂ ਹੀ ਸਾਨੂੰ ਪੁੱਛਣਾ ਪਊਗਾ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੀ ਸਿੱਖੀ ਹੈ ਉਹ ਨਿਸ਼ਕਾਮ ਹੈ। ਭਾਈ ਗੁਰਦਾਸ ਜੀ ਦੀ ਵਾਰ ਜਿਹੜੀ ਨੇ ਉਹਦੇ ਵਿੱਚ ਉਹਨਾਂ ਦਾ ਉਹ ਸਿਰਲੇਖ ਹੀ ਇਹ ਦਿੰਦੇ ਨੇ, ਸਿੱਖੀ ਨਿਸ਼ਕਾਮ ਹੈ। ਹੁਣ ਉਹਦੇ ਵਿੱਚ ਉਹ ਕੀ ਬੋਲਦੇ ਨੇ, ਉਹ ਕਹਿੰਦੇ ਨੇ ਚਾਰ ਪਦਾਰਥ ਆਖੀਨ ਸਤਿਗੁਰ ਦੇ ਨਾ ਗੁਰਸਿੱਖ ਮੰਗੇ, ਅੱਠ ਸਿੱਧੀ ਨਿੱਧੀ ਨਵੇਂ ਰਿਧੀ ਨਾ ਗੁਰਸਿੱਖ ਢਾਕੇ ਟੰਗੇ, ਕਾਮ ਧੇਨ ਲਖ ਲਖਮੀ ਪਹੁੰਚ ਨਾ ਹੰਗੇ ਢੰਗ ਸੁਡੰਗੇ, ਲੱਖ ਪਾਰਸ ਲੱਖ ਪਾਰ ਜਾਤ ਹੱਥ ਨਾ ਸ਼ਹੂਦਾ ਫਲ ਨਾ ਪੰਗੇ, ਤੰਤ ਮੰਤ ਪਾਖੰਡ ਲਖ ਬਾਜ਼ੀ ਗਰ ਬਾਜ਼ਾਰੀ ਨੰਗੇ, ਪੀਰ ਮੁਰੀਦੀ ਗਾਖੜੀ ਏਕਸ ਅੰਗ ਨਾ ਅੰਗਣ ਅੱਗੇ, ਗੁਰ ਸਿੱਖੇ ਦੂਜੇ ਭਾਵੇ ਸੰਗੇ। ਸੋ ਇਹ ਜਿਹੜੀ ਵਾਰ ਹੈ ਇਹਨੂੰ ਸਾਨੂੰ ਸਮਝਣਾ ਵਰਡ ਟੂ ਵਰਡ ਬੜਾ ਜ਼ਰੂਰੀ ਹੈ ਜੇ ਅਸੀਂ ਵਾਕਈ ਸਿੱਖੀ ਦੀ ਜਿਹੜੀ ਸਪਿਰਿਟ ਹੈ, ਨਿਸ਼ਕਾਮ ਸਪਿਰਿਟ ਹੈ, ਉਹਨੂੰ ਸਮਝਣਾ। ਮੈਨੂੰ ਯਾਦ ਹੈ ਜਦੋਂ ਆਹ ਕਿਸਾਨ ਅੰਦੋਲਨ ਆਪਣੀ ਸਿਖਰਾਂ 'ਤੇ ਸੀ ਤਾਂ ਰਵੀਸ਼ ਕੁਮਾਰ ਨੇ ਇੱਕ ਇੰਟਰਵਿਊ ਲਈ ਕੁਝ ਸਿੱਖ ਚਿਹਰਿਆਂ ਦੀ। ਉਹਨਾਂ ਨੇ ਪੁੱਛਿਆ कि ये तुम कैसे करते हो, 1984 में जो आप लोगों के साथ हुआ और अब जो आप लोग कर रहे हो वो दोनों ही बहुत विपरीत बातें हैं, वो बहुत ही ऑपोजिट बातें हैं। वो ये उन्होंने सवाल सी कि ये तुम कैसे कर लेते हो, आप लोगों के अंदर वो गुस्सा क्यों नहीं, आप लोगों के अंदर वो द्वेष क्यों नहीं। तो अगों जवाब ਜਿਹੜੇ ਸੀਗੇ ਉਹਨਾਂ ਨਾਲ ਖੈਰ ਮੈਂ ਬਹੁਤ ਜ਼ਿਆਦਾ ਸੈਟਿਸਫਾਈਡ ਨਹੀਂ ਸੀ ਹੋਈ, ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਜਵਾਬ ਕਿਤੇ ਨਾ ਕਿਤੇ ਰਹਿ ਗਏ। ਪਰ ਉਹ ਜਿਹੜਾ ਰਵੀਸ਼ ਕੁਮਾਰ ਜੀ ਹੁਣਾਂ ਦਾ ਜਾਂ ਰਵੀਸ਼ ਕੁਮਾਰ ਵਰਗੇ ਹੋਰ ਜਿਹੜੇ ਲੋਕ ਨੇ ਜਿਹੜੇ ਸਿੱਖਾਂ ਦੇ ਵਰਤਾਰੇ ਨੂੰ ਦੇਖ ਰਹੇ ਨੇ, ਸਮਝ ਰਹੇ ਨੇ, ਉਹਨਾਂ ਦਾ ਜਵਾਬ ਜਿਹੜਾ ਨਾ ਉਹ ਇਸ ਵਾਰ ਦੇ ਵਿੱਚ ਹੈ ਕਿ ਸਿੱਖੀ ਨਿਸ਼ਕਾਮ ਹੈ। ਇਹ ਕਿੱਦਾਂ ਹੋ ਜਾਂਦਾ ਕਿ ਉਹੀ ਸਿੱਖ ਜਿਹੜੇ ਨੇ ਉਹਨਾਂ ਨੂੰ ਉਸੇ ਦਿੱਲੀ ਵਿੱਚ ਕੁੱਟਿਆ ਜਾਂਦਾ, ਪਰ ਜਦੋਂ ਕਰੋਨਾ ਪੀਰੀਅਡ ਆਉਂਦਾ ਤਾਂ ਉਹ ਸਿੱਖ ਜਿਹੜੇ ਆਪਣੇ ਗੁਰਦੁਆਰਿਆਂ ਦੇ ਮੂੰਹ ਖੋਲ੍ਹ ਦਿੰਦੇ ਨੇ, ਗੋਲਕਾਂ ਦੇ ਮੂੰਹ ਖੋਲ੍ਹ ਦਿੰਦੇ ਨੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਓ ਉੱਥੇ ਲੰਗਰ ਛਕੋ। ਆਕਸੀਜਨ ਮੁੱਕਦੀ ਹੈ, ਆਕਸੀਜਨ ਦਾ ਲੰਗਰ ਉਸੇ ਦਿੱਲੀ ਵਿੱਚ ਲਾ ਦਿੰਦੇ ਨੇ ਜਿੱਥੇ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਸਾੜਿਆ ਗਿਆ ਸੀ। ਇਹ ਕਿੱਦਾਂ ਹੋ ਜਾਂਦਾ? ਇਹ ਹੈ ਸਾਡੀ ਨਿਸ਼ਕਾਮ ਅਵਸਥਾ। ਇਹ ਸਿੱਖੀ ਦੀ ਨਿਸ਼ਕਾਮ ਅਵਸਥਾ ਹੈ। ਸਾਡੀ ਤਾਂ ਮੈਂ ਨਾ ਹੀ ਕਹਾਂ ਤਾਂ ਚੰਗਾ, ਪਰ ਇਹ ਸਿੱਖੀ ਦੀ ਨਿਸ਼ਕਾਮ ਅਵਸਥਾ ਹੈ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਦ੍ਰਿੜ ਕਰਵਾਈ ਹੈ, ਜੋ ਮੈਂ ਪਹਿਲਾਂ ਕਹਿ ਚੁੱਕੀ ਕਿ ਸਾਡੇ ਅੰਦਰ ਇਨਹੈਰੈਂਟ ਹੈ। ਪਰ ਹੁਣ ਆਪਾਂ ਇਹ ਦੇਖ ਲਈਏ ਕਿ ਸਿੱਖੀ ਦੀ ਨਿਸ਼ਕਾਮ ਅਵਸਥਾ ਦਾ ਜਿਹੜਾ ਮੂਲ ਹੈ ਉਹ ਹੈ ਕੀ। ਦੋ ਗੱਲਾਂ ਇਹਨੂੰ ਆਪਾਂ ਸਮਝ ਲਈਏ ਕਿ ਪਹਿਲੇ ਵਿੱਚ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਸਿੱਖ ਦੀ ਨਿਸ਼ਕਾਮ ਅਵਸਥਾ, ਕਿ ਸਿੱਖ ਦੀ ਨਿਸ਼ਕਾਮ ਅਵਸਥਾ ਕਿੱਦਾਂ ਦੀ ਹੁੰਦੀ ਹੈ। ਅਤੇ ਅਗਲੀ ਗੱਲ ਜਿਹੜੀ ਉਹ ਕਰਦੇ ਨੇ, ਉਹ ਕਹਿੰਦੇ ਨੇ ਕਿ ਸਿੱਖੀ ਹੀ ਨਿਸ਼ਕਾਮ ਹੈ। ਸਿੱਖੀ ਨਿਸ਼ਕਾਮ ਹੈ, ਉਹ ਹੁਣ ਕਿੱਦਾਂ ਹੈ? ਉਹਦੇ ਵਿੱਚੋਂ ਆਪਾਂ ਨੂੰ ਇਸ ਵਾਰ ਨੂੰ ਚੰਗੀ ਤਰ੍ਹਾਂ ਸਮਝਣਾ ਪਊਗਾ। ਉਹ ਕਹਿੰਦੇ ਨੇ ਚਾਰ ਪਦਾਰਥ ਆਖੀਨ ਸਤਿਗੁਰ ਦੇ ਨਾ ਗੁਰਸਿੱਖ ਮੰਗੇ, ਕਿ ਚਾਰ ਪਦਾਰਥ ਜਿਹੜੇ ਨੇ ਉਹ ਸਤਿਗੁਰੂ ਆਪਣੇ ਗੁਰਸਿੱਖਾਂ ਨੂੰ ਵੰਡਦਾ ਹੈ, ਪਰ ਗੁਰਸਿੱਖ ਕਦੀ ਮੰਗਦਾ ਨਹੀਂ। ਗੁਰਸਿੱਖ ਸਿਰਫ ਆਪਣੇ ਗੁਰੂ ਕੋਲੋਂ ਸਿੱਖੀ ਮੰਗਦਾ। ਗੁਰਸਿੱਖ ਸਿਰਫ ਆਪਣੇ ਗੁਰੂ ਕੋਲੋਂ ਸਿੱਖੀ, ਕੇਸਾਂ ਸਵਾਸਾ ਸੰਗ ਨਿਭੇ, ਇਹ ਗੱਲ ਮੰਗਦਾ ਹੈ। ਸਿੱਖ ਆਪਣੇ ਗੁਰੂ ਕੋਲੋਂ ਕੋਈ ਪਦਾਰਥਾਂ ਦੀ ਉਮੀਦ ਨਹੀਂ ਰੱਖਦਾ, ਉਹ ਮੰਗਦਾ ਹੀ ਨਹੀਂ।
ਪਰ ਗੁਰੂ ਜੋ ਹੈ, ਕਿਉਂਕਿ ਉਹ ਤਾਂ ਅੰਤਰਜਾਮੀ ਹੈ ਨਾ, ਉਹ ਤਾਂ ਯਾਨੀ ਜਾਨ ਹੈ ਨਾ, ਉਹਨੂੰ ਤਾਂ ਪਤਾ ਹੈ ਨਾ ਕਿ ਮੇਰੇ ਸਿੱਖ ਨੂੰ ਕੀ ਚਾਹੀਦਾ, ਉਹ ਆਪ ਦਿੰਦਾ। ਸੋ ਪਹਿਲੀ ਗੱਲ ਤਾਂ ਇਹ ਹੈ, ਜਦੋਂ ਅਸੀਂ ਆਪਣੇ ਗੁਰੂ ਘਰ, ਆਪਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ, ਜਦੋਂ ਦਾ ਉਹ ਇੱਕ ਈਮੇਲ ਦੇ ਵਿੱਚ ਮੈਨੂੰ ਸੁਖਦੇਵ ਸਿੰਘ ਜੀ ਉਹਨਾਂ ਨੇ ਕਿਹਾ ਨਾ ਕਿ ਗੁਰੂ ਘਰ ਅਤੇ ਗੁਰਦੁਆਰੇ ਅਲੱਗ-ਅਲੱਗ ਨੇ, ਮੈਂ ਆਪਣੀ ਇਸ ਗੱਲ ਨੂੰ ਲੈ ਕੇ ਬੜੀ ਕੌਨਸ਼ੀਅਸ ਹੋ ਜਾਂਦੀ ਹਾਂ ਜਦੋਂ ਵੀ ਮੇਰੇ ਮੂੰਹ 'ਚੋਂ ਗੁਰੂ ਘਰ ਨਿਕਲਦਾ। ਸੋ ਇਸ ਗੱਲ ਦੇ ਮੈਨੂੰ ਮਾਫ਼ ਕਰਿਓ ਜੇ। ਪਰ ਜਦੋਂ ਅਸੀਂ ਆਪਣੇ ਗੁਰਦੁਆਰੇ ਜਾਂਦੇ ਹਾਂ ਤਾਂ ਅਸੀਂ ਜਾ ਕੇ ਉੱਥੇ ਇੱਕ ਆਪਣੀ ਲੰਬੀ ਲਿਸਟ ਲੈ ਕੇ ਜਾਂਦੇ ਹਾਂ, ਹੈ ਨਾ, ਸ਼ੋਪਿੰਗ ਲਿਸਟ, ਕਿ ਮਹਾਰਾਜ ਤੁਹਾਡੇ ਕੋਲ ਆ ਗਏ, ਹੁਣ ਸਾਨੂੰ ਆ ਵੀ ਦਿਓ, 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 ਸਾਰਾ ਕੁਛ ਦੇ ਦਿਓ। ਔਰ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਨਾ ਅਖੰਡ ਪਾਠ ਕਰਾਵਾਂਗੇ। ਅਖੰਡ ਪਾਠ ਕਰਾਵਾਂਗੇ ਕਿੱਦਾਂ, ਕਿ ਅਸੀਂ ਅੰਮ੍ਰਿਤਸਰ ਜਾਂ ਕਿਤੇ ਵੀ ਅਸੀਂ ਇੱਥੋਂ ਮਨੀ ਆਰਡਰ ਭੇਜਾਂਗੇ, ਜਾਂ ਇੱਥੋਂ ਅਸੀਂ ਵੈਸਟਰਨ ਯੂਨੀਅਨ ਦੇ ਥਰੂ ਪੈਸੇ ਪਾ ਦਾਂਗੇ, ਸੇਵਾ ਪਾ ਦਾਂਗੇ, ਅਤੇ ਅਖੰਡ ਪਾਠ ਸਾਹਿਬ ਕੋਈ ਹੋਰ, ਉਹ ਪਾਠ ਕੋਈ ਹੋਰ ਕਰੂਗਾ, ਸਿਰਫ ਸਾਨੂੰ ਹੁਕਮਨਾਮਾ ਜੋ ਹੈ ਉਹ ਔਨਲਾਈਨ ਮਿਲ ਜੂਗਾ। ਅਸੀਂ ਗੁਰੂ ਨੂੰ ਕੀ ਸਮਝ ਕੇ ਰੱਖਿਆ ਆ, ਹੈ ਨਾ। ਜਿਹੜੀ ਗੁਰਬਾਣੀ ਚਾਹੁੰਦੀ ਹੈ ਨਾ ਕਿ ਲੋਗਨ ਰਾਮ ਖਿਲੌਣਾ ਜਾਣਾ, ਇਹ ਸਿਰਫ ਰਾਮ ਦੇ ਪੂਜਣ ਵਾਲਿਆਂ ਵਾਸਤੇ ਨਹੀਂ ਸੀ, ਜਾਂ ਇਹ ਰਾਮ, ਕਿਉਂਕਿ ਰਾਮ ਤਾਂ ਜਿਹੜੇ ਕੁੱਲ ਕਾਇਨਾਤ ਦੇ ਵਿੱਚ ਰਾਮ ਦੇ ਵਿੱਚ ਵਸਿਆ ਹੈ, ਉਹਦੀ ਗੱਲ ਹੈ। ਔਰ ਜਦੋਂ ਇਹ ਗੱਲ ਆਉਂਦੀ ਹੈ, ਸਿੱਖਾਂ 'ਤੇ ਵੀ ਉਨੀ ਟੁੱਕਦੀ ਹੈ, ਸਿਰਫ ਮਾਲਾ ਪਾਉਣ ਵਾਲਿਆਂ ਵਾਸਤੇ ਇਹ ਗੱਲ ਨਹੀਂ ਸੀ, ਇਹ ਸਾਡੇ ਉੱਤੇ ਵੀ ਉਨੀ ਟੁਕਣੀ ਹੈ, ਕਿਉਂਕਿ ਅਸੀਂ ਵੀ ਰਾਮ ਨੂੰ ਖਿਲੌਣਾ ਹੀ ਸਮਝ ਲਿਆ। ਸਾਨੂੰ ਲੱਗਦਾ ਕਿ ਠੀਕ ਆ, ਅਸੀਂ ਸ਼ੋਪਿੰਗ ਲਿਸਟ ਲੈ ਕੇ ਗਏ ਸੀ, ਸਾਡੀ ਸ਼ੋਪਿੰਗ ਲਿਸਟ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਆਹ ਚੀਜ਼ਾਂ ਸਾਨੂੰ ਪੈਕ ਕਰ ਦਿੱਤੀਆਂ, ਤਾਂ ਹੁਣ ਅਸੀਂ ਕੀ ਕਰੀਏ ਕਿ ਹੁਣ ਅਸੀਂ ਪਿੱਛੇ ਪੈਸੇ ਪਾ ਦਈਏ, ਜਾਂ ਇੱਥੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਭੇਟਾ ਦੇ ਦਈਏ, ਅਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਹੁਕਮਨਾਮਾ ਉਹ ਮਿਲ ਜੂਗਾ, ਅਸੀਂ ਉਹਨੂੰ ਫਰੇਮ ਕਰਾ ਕੇ ਰੱਖ ਲਾਂਗੇ। ਦੈਟ ਇਜ਼ ਇਟ। ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ ਹੁੰਦਾ। ਉਹ ਗੁਰੂ ਹੈ, ਅਤੇ ਗੁਰੂ ਦਾ ਕੋਈ ਕਾਰਨ ਹੈ, ਉਹ ਗੁਰੂ ਹੈ, ਅਸੀਂ ਗੁਰੂ ਨਹੀਂ ਹਾਂ, ਇਹਦਾ ਕੋਈ ਕਾਰਨ ਹੈ ਨਾ। ਇਹਨੂੰ ਆਪਾਂ ਸਮਝ ਲਈਏ। ਅਗਲੀ ਗੱਲ ਜਿਹੜੀ ਆਉਂਦੀ ਆ, ਉਹ ਆਉਂਦੀ ਹੈ 8 ਸਿੱਧੀ ਨਿਧੀ ਨਵੇਂ ਰਿੱਧ ਨਾ ਗੁਰਸਿੱਖ ਢੱਕ ਕੇ ਟੰਗੇ। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ। ਅੱਜ ਜਿੰਨਾ ਵੀ ਰੌਲਾ ਪੈ ਰਿਹਾ ਨਾ, ਜਿੰਨਾ ਵੀ ਰੌਲਾ ਪੈ ਰਿਹਾ ਕਿ ਕ੍ਰਿਸਚੀਅਨ ਕਨਵਰਜਨਸ ਬਹੁਤ ਹੋ ਰਹੀਆਂ, ਕ੍ਰਿਸਚਿਆਨਿਟੀ 'ਚ ਲੋਕ ਕਨਵਰਟ ਹੁੰਦੇ ਜਾ ਰਹੇ ਨੇ, ਉਹ ਕਿਉਂ ਹੁੰਦੇ ਜਾ ਰਹੇ ਨੇ? ਕਿਉਂਕਿ ਅਸੀਂ ਆਪਣੀ ਸਿੱਖੀ ਦੀ ਜਿਹੜੀ ਮੂਲ ਸਰੂਪ ਹੈ, ਜੋ ਨਿਸ਼ਕਾਮ ਸਰੂਪ ਹੈ, ਅਸੀਂ ਉਹ ਸਮਝਿਆ ਨਹੀਂ। ਔਰ ਇਸ ਲਾਈਨ ਨੂੰ ਜਰਾ ਸਮਝਿਓ ਜੇ, 8 ਸਿੱਧੀਆਂ। ਹੁਣ ਸੰਸਕ੍ਰਿਤ ਦੇ ਵਿੱਚ, ਸੰਸਕ੍ਰਿਤ ਦੇ ਜਿਹੜੇ ਸਕ੍ਰਿਪਚਰਸ ਨੇ, ਉਹ 8 ਸਿੱਧੀਆਂ ਦਾ ਜ਼ਿਕਰ ਕਰਦੇ ਨੇ। ਮੈਂ ਨਾਮ ਦੱਸ ਦਿੰਦੀ ਹਾਂ। ਅੱਜ ਤਾਂ ਆਪਣੇ ਕੋਲ ਸਮਾਂ ਨਹੀਂ, ਜਾਂ ਵੈਸੇ ਮੈਨੂੰ ਲੋੜ ਵੀ ਨਹੀਂ ਲੱਗਦੀ, ਬਟ ਅਗਰ ਤੁਹਾਡੇ 'ਚੋਂ ਕਦੀ ਕਿਸੇ ਨੂੰ ਲੱਗੇ ਕਿ ਇਹਨਾਂ ਦੀ ਹੋਰ ਡਿਸਕਸ਼ਨ ਹੋਣੀ ਚਾਹੀਦੀ ਹੈ, ਤੁਸੀਂ ਮੈਨੂੰ ਲਿਖ ਦਿਓ, ਆਪਾਂ ਉਹਦੇ ਬਾਰੇ ਡਿਸਕਸ਼ਨ ਵੀ ਕਰ ਲਾਂਗੇ। 8 ਸਿੱਧੀਆਂ ਜਿਨ੍ਹਾਂ ਦੇ ਨਾਮ ਹੈ ਅਨੀਮਾ, ਮਹਿਮਾ, ਗਰਿਮਾ, ਲਗਿਮਾ, ਪ੍ਰਾਪਤੀ, ਪ੍ਰਕਮਿਆ, ਅਸਤਿਵਾ ਅਤੇ ਵਾਸਿਤਵਾ। ਹੁਣ ਇਹ 8 ਸਿੱਧੀਆਂ ਨੇ ਜਿਹਦੇ ਬਾਰੇ ਗੱਲ ਸੰਸਕ੍ਰਿਤ ਦੀਆਂ ਸਕ੍ਰਿਪਚਰਸ ਕਰਦੀਆਂ। ਮੰਨਿਆ ਜਾਂਦਾ ਕਿ ਹਨੂੰਮਾਨ ਜੀ ਜਿਹੜੇ ਨੇ, ਉਹਨਾਂ ਕੋਲ 8 ਸਿੱਧੀਆਂ ਸੀਗੀਆਂ, ਅਤੇ 9 ਨਿਧੀਆਂ ਨੇ। 9 ਨਿਧੀਆਂ ਕਿਹੜੀਆਂ? ਪਦਮ, ਮਹਾਪਦਮ, ਸੰਖ, ਮਕਰ, ਕਸ਼ਪ, ਮੁਕੰਦ, ਕੰਦ, ਨੀਲ ਅਤੇ ਵਚੈ। ਇਹ ਸਾਰੀਆਂ ਨੇ 9 ਨਿਧੀਆਂ। ਹੁਣ ਇਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਨਹੀਂ, ਪਰ ਇਹ ਸੰਸਕ੍ਰਿਤ ਦੇ ਜਿਹੜੀਆਂ ਸਕ੍ਰਿਪਚਰਸ ਨੇ, ਜਿਹੜੀਆਂ ਹਿੰਦੂ ਸਕ੍ਰਿਪਚਰਸ ਨੇ, ਉਹਦੇ ਵਿੱਚ 9 ਨਿਧੀਆਂ ਅਤੇ 8 ਸਿੱਧੀਆਂ ਦੀ ਬਹੁਤ ਵੱਡੀ ਮਹੱਤਵਤਾ ਹੈ, ਬਹੁਤ ਵੱਡੀ ਮਹੱਤਵਤਾ ਹੈ ਇਹਨਾਂ ਚੀਜ਼ਾਂ ਦੀ। ਔਰ ਇਹਨਾਂ ਦੇ ਕਰਕੇ ਅਘੋਰੀ ਵੀ ਹੈ ਨੇ, ਔਰ ਬਾਕੀ ਹੋਰ ਵੀ ਜਿਹੜੇ ਉਹਨਾਂ ਦੇ ਤੰਤ ਮੰਤ ਦੇ ਸਾਰਾ ਕੁਛ ਚੱਲਦਾ, ਉਹਦੇ ਵਿੱਚ ਇਹ ਗੱਲ ਆ ਜਾਂਦੀ ਹੈ। ਹੁਣ 8 ਸਿੱਧੀਆਂ 9 ਨਿਧੀਆਂ ਦੀ ਗੱਲ ਆਉਂਦੀ ਹੈ, ਜਦੋਂ ਆਪਾਂ ਕ੍ਰਿਸਚੀਅਨ ਕਨਵਰਜਨਸ ਦਾ ਇੱਕ ਦੇਖੀਏ ਕਿ ਉਹ ਕਿੱਦਾਂ ਕਨਵਰਟ ਕਰਦੇ ਨੇ, ਤਾਂ ਕੋਈ ਇੱਕ ਖੜਾ ਹੁੰਦਾ ਸਟੇਜ ਦੇ ਉੱਪਰ, ਅਤੇ ਉਹ ਦੱਸ ਰਿਹਾ ਹੁੰਦਾ ਕਿ ਆਹ ਗੂੰਗਾ ਬੰਦਾ, ਮੈਨੂੰ ਬੋਲਣ ਲਾ ਦੂੰਗਾ, ਆਹ ਬੰਦਾ ਮਰ ਚੁੱਕਾ, ਮੈਨੂੰ ਜਿੰਦਾ ਕਰ ਦੂੰਗਾ, ਇਹਦੇ ਅੰਦਰ ਕੈਂਸਰ ਹੈ, ਮੈਂ ਕੈਂਸਰ ਕੱਢ ਦੇਊਂਗਾ, ਹੱਥ ਲਾਉਂਦਾ ਕੈਂਸਰ ਨਿਕਲ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਅਗਰ ਇਹ ਗੱਲਾਂ ਸੱਚ ਨੇ, ਅਗਰ ਉਹਨਾਂ ਦੇ ਵਿੱਚੋਂ ਕੋਈ ਇੱਕ ਬੰਦਾ ਵੀ ਇਸ ਗੱਲ ਨੂੰ ਇਹ ਕਹਿੰਦਾ ਕਿ ਉਹ ਸੱਚ ਹੈ, ਤਾਂ ਆਪਾਂ ਇੰਝ ਕਰਦੇ ਹਾਂ, ਕਿਉਂਕਿ ਇਹ ਤਾਂ ਕ੍ਰਿਸਚੀਅਨ ਕੰਟਰੀ ਮੰਨਿਆ ਜਾਂਦਾ ਨਾ, ਤਾਂ ਆਪਾਂ ਇੱਥੇ NHS ਨੂੰ ਚਿੱਠੀ ਪਾਉਂਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਬੜੇ ਸਾਰੇ ਜਿਹੜੇ ਨੇ ਉਹ ਸੋ ਕਾਲਡ ਪ੍ਰੋਫਿਟ ਆਪਣੇ ਆਪ ਨੂੰ ਕਹਿਣ ਵਾਲੇ ਉਹ ਹੈਗੇ ਨੇ, ਔਰ ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਦਿੰਦੇ ਨੇ। ਤਾਂ ਇੰਝ ਕਰਦੇ ਹਾਂ ਕਿ NHS ਦੇ ਵਿੱਚੋਂ ਜਿੰਨੇ ਵੀ ਡਾਕਟਰਸ ਆ, ਉਹਨਾਂ ਨੂੰ ਭੇਜੋ ਛੁੱਟੀ, ਅਤੇ ਉਹਨਾਂ ਨੇ ਤਾਂ ਆ ਕੇ ਹੱਥ ਲਾ ਕੇ ਸਾਰੀਆਂ ਬਿਮਾਰੀਆਂ ਠੀਕ ਕਰ ਦੇਣੀਆਂ। ਲੋਕ ਮਰ ਕਿਉਂ ਰਹੇ ਨੇ ਇਹਨਾਂ ਦੇਸ਼ਾਂ ਦੇ ਵਿੱਚ, ਜਿੱਥੋਂ ਦੀ ਆਪਾਂ ਕਹਿੰਦੇ ਹਾਂ ਕਿ ਜਿਹੜੇ ਕ੍ਰਿਸਚੀਅਨ ਕੰਟਰੀਜ਼ ਨੇ, ਉਹਨਾਂ ਦੇਸ਼ਾਂ ਦੇ ਵਿੱਚ ਫਿਰ NHS ਜਾਂ ਹੌਸਪੀਟਲਸ ਜਾਂ ਮੈਡੀਕਲ ਦਾ ਕੋਈ ਮਤਲਬ ਹੀ ਨਹੀਂ ਹੋਣਾ ਚਾਹੀਦਾ ਸੀ। ਉਹ ਤਾਂ ਆਪਣੇ ਆਪ ਜੀ, ਕਿਉਂਕਿ ਇੱਥੇ ਛੱਡੋ, ਜਿੱਥੇ ਪੋਪ ਨੇ, ਖੁਦ ਪੋਪ ਜਿੱਥੇ ਰਹਿ ਰਹੇ ਨੇ,
ਉੱਥੇ ਤਾਂ ਫਿਰ ਬਿਲਕੁਲ ਕੋਈ ਬੰਦਾ ਬਿਮਾਰ ਨਹੀਂ ਹੋਣਾ ਚਾਹੀਦਾ, ਕਰੋਨਾ ਉੱਥੇ ਹੋਣਾ ਹੀ ਨਹੀਂ ਸੀ ਚਾਹੀਦਾ। ਸੋ ਇਹ ਜਿਹੜੀਆਂ 8 ਸਿੱਧੀਆਂ 9 ਨਿੱਧੀਆਂ, ਪਰ ਸਾਡੇ ਲੋਕ, ਕਿਉਂਕਿ ਸਾਡੇ ਲੋਕਾਂ ਨੂੰ ਸਮਝ ਨਹੀਂ ਪਈ, ਉਹਨਾਂ ਨੂੰ ਉਹ ਅਜੇ ਵੀ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਚਕਾਚੌਂਧ ਹੋ ਜਾਂਦੇ ਨੇ। ਪਰ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਇਹ ਜਿਹੜੀਆਂ 8 ਸਿੱਧੀਆਂ 9 ਨਿੱਧੀਆਂ ਨੂੰ ਗੁਰ ਦਾ ਸਿੱਖ ਜਿਹੜਾ ਹੈ ਨਾ, ਰਿੱਧੀਆਂ ਸਿੱਧੀਆਂ ਨੂੰ ਗੁਰੂ ਦਾ ਸਿੱਖ ਆਪਣੇ ਢਾਕੇ ਵੀ ਨਹੀਂ ਟੰਗਦਾ, ਮਤਲਬ ਆਪਣੇ ਕੁੱਛੜ ਵੀ ਨਹੀਂ ਚੁੱਕਦਾ, ਹੱਥ ਹੀ ਨਹੀਂ ਲਾਉਂਦਾ ਉਹਨਾਂ ਨੂੰ। ਉਹਦੇ ਵਾਸਤੇ ਇਹ ਕੁਛ ਵੀ ਨਹੀਂ ਨੇ। ਗੁਰੂ ਦੇ ਸਿੱਖ ਵਾਸਤੇ ਰਿੱਧੀਆਂ ਸਿੱਧੀਆਂ ਦਾ ਕੋਈ ਮਤਲਬ ਨਹੀਂ। ਗੁਰੂ ਦੇ ਸਿੱਖ ਵਾਸਤੇ ਸਿਰਫ ਇੱਕ ਜਾਂ ਜਿਹੜੀ ਗੁਰੂ ਦੀ ਸਿੱਖਿਆ ਹੈ ਉਹ ਇੰਪੋਰਟੈਂਟ ਹੈ। ਅਗਲੀ ਗੱਲ ਆਉਂਦੀ ਹੈ, ਕਾਮਧੇਨ ਲੱਖ ਲਖਮੀ ਪਹੁੰਚ ਨਾ ਹੰਗੇ ਢੰਗ ਸੁਡੰਗੇ, ਕਿ ਜਿਹੜੀ ਕਾਮਧੇਨ ਜਿਹੜੀ ਗਊ ਹੈ ਨਾ, ਜਿਹਦੇ ਵਿੱਚੋਂ ਕਿਹਾ ਜਾਂਦਾ ਕਿ ਉਹ ਕੁਛ ਮਰਜ਼ੀ ਦੇ ਸਕਦੀ ਹੈ। ਕਾਮਧੇਨ ਉਹ ਕੁਛ ਮਰਜ਼ੀ ਦੇ ਸਕਦੀ, ਗਊ ਦਾ ਨਾਮ ਹੈ ਕਿ ਉਹ ਕੁਛ ਮਰਜ਼ੀ ਦੇ ਸਕਦੀ ਹੈ। ਦੇਵ ਗਊ ਕਿਹਾ ਜਾਂਦਾ ਉਹਨਾਂ ਨੂੰ। ਲੱਖ ਲਖਮੀ, ਭਾਵੇਂ ਲੱਖਾਂ ਹੀ ਲਕਸ਼ਮੀ ਜਿਹੜੀਆਂ ਨੇ, ਕਿਉਂਕਿ ਲਕਸ਼ਮੀ ਜਿਹੜੀ ਹੈ ਉਹ ਵੈਲਥ ਦਾ ਸਰੋਤ ਹੈ, ਉਹ ਪੈਸੇ ਦਾ ਸਰੋਤ ਹੈ। ਤਾਂ ਜਿੰਨੀ ਵੀ ਭਾਵੇਂ ਲੱਖਾਂ ਲਕਸ਼ਮੀਆਂ ਇਕੱਠੀਆਂ ਹੋ ਕੇ ਆ ਜਾਣ ਔਰ ਉਹ ਸਾਰੇ ਕਹਿਣ ਕਿ ਅਸੀਂ ਤੁਹਾਨੂੰ ਸਾਰੀ ਲੱਖ ਲਕਸ਼ਮੀਆਂ, ਦੇਖੋ ਇੱਕ ਲਕਸ਼ਮੀ ਜੋ ਹੈ ਉਹ ਉਹਨਾਂ ਕੋਲ ਸਾਰੇ ਤਰ੍ਹਾਂ ਦੀਆਂ ਜਿਹੜੀ ਵੈਲਥ ਹੈ ਉਹ ਹੈਗੀ ਆ। ਜੇ ਲੱਖ ਲਕਸ਼ਮੀਆਂ ਹੋਣਗੀਆਂ ਤਾਂ ਉਹਨਾਂ ਕੋਲ ਕਿੰਨੀ ਵੈਲਥ ਹੋਊਗੀ। ਪਰ ਅਗਰ ਉਹ ਸਾਰੀਆਂ ਵੀ ਆ ਜਾਣ ਅਤੇ ਕਾਮਧੇਨ ਗਊ ਵੀ ਆ ਜਾਏ, ਤਦ ਵੀ ਉਹ ਗੁਰੂ ਦੇ ਸਿੱਖ ਨੂੰ ਹਿਲਾ ਨਹੀਂ ਸਕਦੀ। ਅਤੇ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਜਿਹੜੇ ਗੁਰੂ ਦੇ ਸਿੱਖ ਨੇ, ਗੁਰੂ ਦੇ ਪਿਆਰੇ ਨੇ, ਉਹ ਸਿਰਫ ਇਸ ਕਰਕੇ ਕਨਵਰਟ ਕਰੀ ਜਾ ਰਹੇ ਨੇ ਕਿਉਂਕਿ ਉਹ ਉਹਨਾਂ ਨੂੰ ਪੈਸੇ ਦਾ ਲਾਲਚ ਦਿੰਦੇ ਆ। ਅਤੇ ਫਿਰ ਜਿਹੜੇ ਪੈਸੇ ਦਾ ਲਾਲਚ ਦੇ ਨਾਲ ਹੀ ਕਨਵਰਟ ਹੋ ਜਾਂਦੇ ਆ। ਸਿੱਖੀ ਤਾਂ ਵਿਕਾਊ ਕਦੀ ਵੀ ਨਹੀਂ ਸੀ, ਸਿੱਖੀ ਵਿਕਾਊ ਹੈ ਵੀ ਨਹੀਂ, ਸਿੱਖੀ ਵਿਕਾਊ ਹੋਊਗੀ ਵੀ ਨਹੀਂ। ਸਿੱਖੀ ਤਾਂ ਕਮਾਉਣੀ ਪਊਗੀ, ਚਾਹੇ ਮੈਂ ਕਮਾਵਾਂ, ਚਾਹੇ ਤੁਸੀਂ ਕਮਾਓ, ਚਾਹੇ ਕੋਈ ਹੋਰ ਕਮਾਓ। ਜਿਹੜਾ ਨਹੀਂ ਕਮਾਊਗਾ ਉਹਦੇ ਪੱਲੇ ਸਿੱਖੀ ਨਹੀਂ ਪੈਣੀ। ਸਿੱਖੀ ਕਮਾਈ ਜਾਣ ਵਾਲੀ ਚੀਜ਼ ਹੈ। ਸਿੱਖੀ ਪੈਸੇ ਦੇ ਕੇ ਵੇਚੇ ਜਾਣ ਵਾਲੀ ਚੀਜ਼ ਨਹੀਂ ਕਿ ਆ ਲਓ ਜੀ ਤੁਸੀਂ ਪੈਸੇ ਲਓ ਅਤੇ ਸਿੱਖੀ ਖਰੀਦੋ। ਨਾ, ਇੱਦਾਂ ਦੀ ਚੀਜ਼ ਹੈ ਨਹੀਂ ਸਿੱਖੀ। ਅਗਲੀ ਗੱਲ ਹੈ, ਲੱਖ ਪਾਰਸ ਲੱਖ ਪਾਰ ਜਾਤ, ਹੱਥ ਨਾ ਸ਼ੁੱਧਾ ਫਲ ਨਾ ਪੰਗੇ। ਲੱਖ ਪਾਰਸ, ਕਿ 1 ਲੱਖ ਪਾਰਸ ਉਹ ਪੱਥਰ ਹੁੰਦਾ ਜਿਹਨੂੰ ਹੱਥ ਲਾਇਆ, ਜਿਹਨੂੰ ਫਿਲੋਸਫਰ ਸਟੋਨਸ ਵੀ ਕਹਿ ਦਿੰਦੇ ਆ, ਕਿ ਜਿਹਨੂੰ ਹੱਥ ਲਾਇਆ ਕੁਝ ਵੀ ਚੀਜ਼ ਜਿਹੜੀ ਆ ਉਹ ਸੋਨਾ ਬਣ ਜਾਂਦੀ ਹੈ। ਲੱਖ ਪਾਰਜਾਤ, ਹੁਣ ਪਾਰਜਾਤ ਉਹ ਉਸ ਰੁੱਖ ਦਾ ਨਾਮ ਹੈ, ਸੰਸਕ੍ਰਿਤ ਟੈਕਸਟ ਵਿੱਚ ਅਕਸਰ ਆ ਜਾਂਦੀ ਗੱਲ। ਉਸ ਰੁੱਖ ਦਾ ਨਾਮ ਹੈ ਜਿਹਦੇ ਥੱਲੇ ਬੈਠਣ ਦੇ ਨਾਲ ਕੋਈ ਵੀ ਵਿਸ਼ ਮੰਗੋ ਉਹ ਪੂਰੀ ਹੁੰਦੀ ਹੈ। ਇਹ ਉਹਨਾਂ ਦੀਆਂ ਆਪਣੀਆਂ ਮਾਈਥੋਲੋਜੀਕਲ ਕ੍ਰੀਏਸ਼ਨਸ ਨੇ। ਤਾਂ ਭਾਈ ਗੁਰਦਾਸ ਕਹਿੰਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਨਾ ਤਾਂ ਗੁਰਸਿੱਖ ਕਿਸੇ ਪਾਰਸ ਨੂੰ ਹੱਥ ਲਾਉਂਦਾ, ਕਿਸੇ ਪਾਰਸ ਦੇ ਖਿੱਚ ਵੱਲ ਜਾਂਦਾ, ਨਾ ਉਹ ਕਿਸੇ ਵਿਸ਼ਫੁਲ ਟਰੀ, ਕਿਸੇ ਪਾਰਜਾਤ ਰੁੱਖ ਦੀ ਫਲ ਦੀ ਇੱਛਾ ਕਰਦਾ। ਉਹਦੀ ਇੱਛਾ ਸਿਰਫ ਸਿੱਖੀ ਕੇਸਾ ਸੁਆਸਾ ਸੰਗ ਨਿਭਣ ਦੀ ਗੱਲ ਹੁੰਦੀ ਆ। ਅਗਲੀ ਗੱਲ, ਤੰਤ ਮੰਤ ਪਾਖੰਡ ਲੱਖ ਬਾਜ਼ੀਗਰ ਬਾਜ਼ਾਰੀ ਨੰਗੇ। ਤੰਤਰ ਮੰਤਰ ਵਾਲੇ ਲੋਕ ਜਿਹੜੇ ਅੱਜ ਅਸੀਂ ਆਪਣੇ ਆਪ ਨੂੰ ਦੇਖੀਏ, ਮੇਰਾ ਸਮਾਂ ਬਹੁਤ ਘੱਟ ਰਹਿ ਗਿਆ ਪਰ ਫਿਰ ਵੀ ਮੈਂ ਇਹ ਗੱਲ ਨੂੰ ਕਲੀਅਰ ਕਰਕੇ ਅੱਗੇ ਚੱਲੂੰਗੀ। ਆਪਾਂ ਆਪਣਾ ਅੱਜ ਹਾਲਾਤ ਦੇਖੀਏ, ਅਸੀਂ ਆਪਣੇ ਹੱਥਾਂ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੁ ਨਗ ਪਾਏ ਹੋਏ ਨੇ। ਸਾਡੇ 'ਚੋਂ ਅੱਧਿਆਂ ਤੋਂ ਵੱਧ ਦੇ ਲੋਕਾਂ ਦੇ ਘਰ ਉਹ ਨੇ ਜਿਹੜੇ ਕਹਿੰਦੇ ਨੇ ਉਹਦੇ ਘਰ ਤਾਂ ਕਿਸੇ ਨੇ ਕੁਛ ਕਰ ਦਿੱਤਾ ਤਾਂ ਉਹਦੇ ਨਾਲ ਇੱਦਾਂ ਹੋਇਆ, ਜਿਹੜੇ ਆ ਕਿਰਾਏ ਦੇ ਚੱਕਰਾਂ ਦੇ ਵਿੱਚ ਤੁਰੇ ਫਿਰਦੇ ਨੇ। ਅੱਧੇ ਤੋਂ ਵੱਧ ਪੰਜਾਬ ਜਿਹੜਾ ਹੈ ਨਾ ਉਹ ਇਹਨਾਂ ਧਾਗੇ ਟੂਣਿਆਂ ਦੇ ਚੱਕਰ 'ਚ ਪਿਆ ਹੋਇਆ। ਅੱਧੇ ਤੋਂ ਵੱਧ, ਮੈਨੂੰ ਪਿੱਛੇ ਜੇ ਇੱਕ ਕਿਸੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਮੈਨੂੰ ਕਹਿੰਦੇ ਕਿ ਸਾਡੀ ਜੀ ਜਿਹੜੀ ਬਹੂ ਆ ਬੜੀ ਬਿਮਾਰ ਰਹਿੰਦੀ ਹੈ। ਅਤੇ ਮੈਂ ਕਿਹਾ ਤੁਸੀਂ ਡਾਕਟਰ ਨੂੰ ਚੈੱਕ ਕਰਾਓ। ਕਹਿੰਦੇ ਡਾਕਟਰ ਨੂੰ ਚੈੱਕ ਕਰਾਇਆ, ਡਾਕਟਰ ਨੂੰ ਕੋਈ ਸਮਝ ਨਹੀਂ ਆਉਂਦੀ। ਫਿਰ ਕੀ ਗੱਲ ਹੈ? ਇਹਨੂੰ ਜੀ ਮਸਾਣੀ ਖਵਾਈ ਹੋਈ ਆ। ਅੱਛਾ, ਹੁਣ ਮੈਨੂੰ ਸਮਝ ਨਾ ਆਵੇ ਕਿ ਮੈਂ ਉਹਨਾਂ ਨੂੰ ਕਿੱਦਾਂ ਕਹਾਂ। ਮੈਂ ਕਿਉਂਕਿ ਇਹਨਾਂ ਚੀਜ਼ਾਂ ਨੂੰ ਪੜ੍ਹਿਆ, ਮੈਂ ਤੰਤਰ ਮੰਤਰ ਦੀਆਂ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਨੇ, ਓਸ਼ੋ ਦੀ ਇੱਕ ਬੜੀ ਫੇਮਸ ਬੁੱਕ ਆ, ਉਹਦੇ ਵਿੱਚ ਉਹ ਸਾਰਾ ਕੁਛ ਦੱਸਦਾ। ਸੋ ਇਹਨਾਂ ਚੀਜ਼ਾਂ ਬਾਰੇ ਮੈਂ ਪੜ੍ਹਿਆ ਹੋਇਆ ਤਾਂ ਮੈਨੂੰ ਪਤਾ ਕਿ ਉਹ ਮਸਾਣੀ ਦਾ ਕੀ ਮਤਲਬ ਹੈ, ਮਸਾਣੀ ਖਵਾਉਣ ਦਾ ਕੀ ਮਤਲਬ ਹੈ। ਪਰ ਇਹਨਾਂ ਤੰਤਰਾਂ ਮੰਤਰਾਂ ਦੇ ਉੱਤੇ ਉਹ ਯਕੀਨ ਕਰ ਰਹੇ ਹਾਂ, ਸਾਡੇ ਅੱਧੇ ਤੋਂ ਵੱਧ ਡਰ ਦਾ ਕਾਰਨ ਹੀ ਇਹ ਆ, ਹੈ ਨਾ। ਔਰ ਜਦੋਂ ਅਸੀਂ ਡਰ ਦੇ ਵਿੱਚ ਰਹਾਂਗੇ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਨਿਰਵੈਰ ਨਿਰਭਉ ਦੀ ਗੱਲ ਆਪਾਂ ਨਹੀਂ ਕਰ ਸਕਦੇ। ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤੰਤਰ ਮੰਤਰ ਦੇ ਜਿਹੜੇ ਪਖੰਡ ਨੇ, ਇੱਕ ਗੁਰਸਿੱਖ ਉਹਨਾਂ ਨੂੰ ਕਿੱਦਾਂ ਮੰਨਦਾ ਵੀ ਜਿੱਦਾਂ ਬਾਜ਼ਾਰ ਦੇ ਵਿੱਚ ਬਾਜ਼ੀਗਰ ਨੰਗੇ ਹੋ ਕੇ ਗਲੁੱਟਣੀਆਂ ਮਾਰਦੇ ਆ ਨਾ, ਸਿਰਫ ਓਨੀ ਕੀ ਗੱਲ ਹੈ ਬਸ। ਤੰਤਰ ਮੰਤਰ ਦੀ ਇਸ ਤੋਂ ਵੱਧ ਗੁਰੂ ਦੇ ਸਿੱਖ ਦੇ ਲਈ ਕੋਈ ਨਾ ਤਾਂ ਕੋਈ ਮਹਿਮਾ ਹੈ, ਨਾ ਉਹਦੀ ਕੋਈ ਇੰਪੋਰਟੈਂਸ ਹੈ, ਨਾ
ਗੁਰੂ ਦੇ ਸਿੱਖ ਦੇ ਉੱਪਰ ਅਗਰ ਤੁਸੀਂ ਇਹ ਸੋਚਦੇ ਆ ਕਿ ਅਸੀਂ ਗੁਰੂ ਦੇ ਸਿੱਖ ਹਾਂ ਅਤੇ ਸਾਡੇ ਉੱਤੇ ਕਿਸੇ ਨੇ ਕੁਝ ਕਰ ਵੀ ਦਿੱਤਾ ਤਾਂ ਸਮਝ ਲਓ ਕਿ ਆਪਾਂ ਗੁਰੂ ਦੇ ਸਿੱਖ ਨਹੀਂ ਹਾਂ, ਕਿਉਂਕਿ ਗੁਰੂ ਦੇ ਸਿੱਖੇ ਦੇ ਸਿੱਖ ਇਹਨਾਂ ਗੱਲਾਂ ਵੱਲ ਜਾਂਦਾ ਹੀ ਨਹੀਂ। ਤੰਤਰ ਮੰਤਰ ਜਿਹੇ ਪਖੰਡਾਂ ਦੇ ਵਿੱਚ ਉਹ ਜਾਂਦਾ ਹੀ ਨਹੀਂ। ਪਰ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਸਾਡੇ 'ਚੋਂ ਕਿੰਨੇ ਗੁਰਸਿੱਖ ਨੇ ਜਿਹੜੇ ਕੁੰਡਲੀਆਂ ਰਲਾਉਣ ਲੱਗ ਗਏ। ਸਾਡੇ 'ਚੋਂ ਕਿੰਨੇ ਗੁਰਸਿੱਖ ਨੇ ਜਿਹੜੇ ਇਸੇ ਕਰਕੇ ਹੀ ਵਰਤ ਰੱਖਣ ਲੱਗ ਗਏ ਕਿ ਮੇਰੇ ਪਤੀ ਦੀ ਵੀ ਉਮਰ ਲੰਬੀ ਹੋਊਗੀ। ਸਾਡੇ 'ਚੋਂ ਕਿੰਨੇ ਗੁਰਸਿੱਖ ਐਸੇ ਨੇ ਜਿਹੜੇ ਆਪਣੀਆਂ ਉਹ ਰੰਗ ਬਰੰਗੇ ਸਟੋਨ ਜਿਹੜੇ ਹੱਥਾਂ 'ਚ ਪਾਉਣੇ ਸ਼ੁਰੂ ਕਰ ਦਿੱਤੇ ਕਿ ਪਤਾ ਨਹੀਂ ਮੇਰੇ ਆਹ ਜਿਹੜਾ ਨਗ ਆ ਨਾ ਇਹ ਮੈਨੂੰ ਸੂਟ ਕਰਦਾ ਨਹੀਂ ਕਰਦਾ, ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਦੇ ਸਿੱਖ ਹਾਂ। ਅਗਲੀ ਗੱਲ, ਖੈਰ ਹੁਣ ਜਿਹੜਾ ਮੇਰਾ ਸਮਾਂ ਹੈ ਉਹ ਤਕਰੀਬਨ ਸਮਾਪਤ ਹੋ ਗਿਆ। ਮੈਂ ਆਪਣੀ ਗੱਲ ਨੂੰ ਬਸ ਥੋੜ੍ਹੇ ਜਿਹੇ 1-2 ਅੱਖਰਾਂ ਦੇ ਵਿੱਚ ਹੀ ਖ਼ਤਮ ਕਰਨਾ ਸ਼ੁਰੂ ਕਰੂੰਗੀ। ਪੀਰ ਮੁਰੀਦੀ ਗਾਖੜੀ ਇੱਕ ਅੰਗ ਨਾ ਅੰਗਣ ਅੱਗੇ, ਜੋ ਆਪਾਂ ਇਹ ਗੱਲ ਕਰ ਚੁੱਕੇ ਕਿ ਗੁਰੂ ਅਤੇ ਜਿਹੜਾ ਉਹਦੇ ਮੁਰੀਦ ਦਾ ਜਿਹੜਾ ਇੱਕ ਡਿਸਾਈਪਲ ਦਾ ਰਿਲੇਸ਼ਨਸ਼ਿਪ ਆ ਬੜਾ ਕੰਪਲੈਕਸ ਆ। ਉਹਦੀਆਂ ਆਪਣੇ ਲੌਜ਼ ਨੇ, ਉਹਦੇ ਬਾਏ ਲੌਜ਼ ਨੇ, ਅਤੇ ਗੁਰੂ ਦਾ ਸਿੱਖ ਕਦੀ ਵੀ ਡੁਅਲਿਟੀ ਵਿੱਚ ਪੈਂਦਾ ਨਹੀਂ। ਕਦੀ ਵੀ ਦੋ ਦਿਮਾਗ ਨਹੀਂ ਉਹਦੇ ਹੁੰਦੇ ਕਿ ਮੈਂ ਇਹ ਮੰਨਾਂ ਕਿ ਨਾ ਮੰਨਾਂ। ਗੁਰੂ ਦਾ ਸਿੱਖ ਸਿਰਫ ਆਪਣੇ ਗੁਰੂ ਦੀ ਸਿੱਖਿਆ ਨੂੰ ਮੁੱਖ ਬਣਾ ਕੇ, ਉਸੇ ਨੂੰ ਕਸਵੱਟੀ ਬਣਾ ਕੇ ਆਪਣੀ ਹਰ ਇੱਕ ਚੀਜ਼ ਨੂੰ ਪਰਖਦਾ, ਤਾਂ ਉਸ ਤੋਂ ਬਾਅਦ ਉਹ ਜਿਹੜੀ ਗੁਰੂ ਦੀ ਕਸਵੱਟੀ 'ਤੇ ਖਰੀ ਉਤਰਦੀ ਹੈ ਉਹ ਉਸ ਗੁਰਸਿੱਖ ਦੀ ਹੁੰਦੀ ਹੈ, ਜਿਹੜੀ ਨਹੀਂ ਉਤਰਦੀ ਉਹਦੇ ਬਾਰੇ ਉਹ ਪਰਵਾਹ ਵੀ ਨਹੀਂ ਕਰਦਾ। ਇਹ ਹੈ ਸਿੱਖੀ ਦੀ ਨਿਸ਼ਕਾਮ ਅਵਸਥਾ। ਹੁਣ ਇਹ ਨਿਸ਼ਕਾਮ ਕਿਉਂ ਹੈ? ਨਿਸ਼ਕਾਮ ਇਸ ਕਰਕੇ ਕਿਉਂਕਿ ਤੰਤਰ ਮੰਤਰ, ਰਿੱਧੀਆਂ ਸਿੱਧੀਆਂ, ਇਹਨਾਂ ਵਿੱਚ ਲੋਕ ਪੈਂਦੇ ਹੀ ਉਦੋਂ ਨੇ ਜਦੋਂ ਉਹਨਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਚਾਹ ਹੁੰਦੀ ਹੈ। ਉਹਨਾਂ ਦਾ ਇਹ ਮਨ ਹੁੰਦਾ ਕਿ ਮੈਂ ਅਗਰ ਰਿੱਧੀਆਂ ਸਿੱਧੀਆਂ ਲੈ ਲਾਂ ਜਾਂ ਮੈਂ ਕਿਸੇ ਤੰਤਰ ਮੰਤਰ ਦੇ ਵਿੱਚ ਪੈ ਜਾਂ ਤਾਂ ਮੈਂ ਆਹ ਚੀਜ਼ ਹਾਸਲ ਕਰ ਸਕਦਾ। ਗੁਰੂ ਦੇ ਸਿੱਖ ਕੋਲ ਗੁਰੂ ਦੀ ਸਿੱਖੀ ਤੋਂ ਬਿਨਾਂ ਕਿਸੇ ਤਰ੍ਹਾਂ ਦੀ ਕੋਈ ਉਹਦੀ ਕਾਮਨਾ ਹੀ ਨਹੀਂ ਹੈ, ਉਹਦੀ ਕੋਈ ਭਾਵਨਾ ਹੀ ਨਹੀਂ ਹੈ। ਬਾਕੀ ਉਹਦੀਆਂ ਲੋੜਾਂ ਦਾ ਖਿਆਲ ਸਤਿਗੁਰੂ ਆਪ ਰੱਖਦਾ। ਫਿਰ ਹੁਣ ਇੰਨੀਆਂ ਅੱਜ ਦੀਆਂ ਜਿਹੜੀਆਂ ਮੇਰੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨੇ ਆ, ਕਿਉਂਕਿ ਸਮਾਂ ਮੈਂ ਪਹਿਲਾਂ ਹੀ ਜ਼ਿਆਦਾ ਲੈ ਚੁੱਕੀ, 5 ਮਿੰਟ ਉੱਪਰ ਹੋ ਗਏ ਨੇ। ਪਰ ਅਗਲਾ ਜਿਹੜਾ ਐਪੀਸੋਡ ਹੈ ਉਹਦੇ ਵਿੱਚ ਮੈਂ ਇਸ ਜਿਹੜੀ ਸਿੱਖੀ ਨਿਸ਼ਕਾਮ ਹੈ ਇਹਨੂੰ ਥੋੜ੍ਹਾ ਜਿਹਾ ਹੋਰ ਇਲੈਬੋਰੇਟ ਕਰਕੇ ਆਪਾਂ ਅੱਗੇ ਚੱਲਾਂਗੇ, ਕਿਉਂਕਿ ਇਹਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਇਸ ਵਾਰ ਨੂੰ ਸਮਝਣਾ ਬੜਾ ਜ਼ਰੂਰੀ ਹੈ। 8 ਸਿੱਧੀਆਂ 9 ਨਿੱਧੀਆਂ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸੋ ਇੰਨੀ ਕੁ ਅੱਜ ਜਿਹੜੀਆਂ ਮੇਰੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ। ਅਗਰ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣੀ ਬੱਚੀ, ਆਪਣੀ ਭੈਣ ਸਮਝ ਕੇ ਮਾਫ਼ ਕਰਨਾ। ਅਗਲੇ ਐਪੀਸੋਡ 'ਚ ਫਿਰ ਮਿਲਦੇ ਹਾਂ ਜੀ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।